ਵੀਰੋ ਤੇ ਭੈਣੋ, ਹਰ ਹਫਤੇ ਜੈਸੇ ਤੁਹਾਨੂੰ ਪਤਾ ਹੈ ਮੈਂ ਤੁਹਾਡੇ ਨਾਲ ਕੁਝ ਗੱਲਾਂ ਕਰਦਾ ਪੰਜਾਬ ਦੇ ਪ੍ਰਤੀ, ਖਾਸ ਕਰਕੇ ਇਸ ਸਮੇਂ 'ਚ ਜਦੋਂ ਇਹ ਕੋਵਿਡ ਨੇ ਪੂਰੇ ਦੁਨੀਆ ਦੇ ਵਿੱਚ ਸਾਰਿਆਂ ਨੂੰ ਹਿਲਾ ਦਿੱਤਾ ਹੈ। ਔਰ ਇਹ ਜ਼ਰੂਰੀ ਸੀ ਕਿ ਅਸੀਂ ਇਹਦਾ ਕਦਮ ਜਿਹੜੇ ਕੁਝ ਚੱਕਣੇ ਨੇ ਅਸੀਂ ਕਦਮ ਵੀ ਚੱਕੀਏ, ਤੁਹਾਡੇ ਨਾਲ ਮੈਂ ਗੱਲਾਂ ਕਰਾਂ ਔਰ ਜੋ ਕੁਝ ਮੈਨੂੰ ਪਤਾ ਲੱਗਦਾ ਮੈਂ ਤੁਹਾਨੂੰ ਦੱਸਾਂ। ਇਹ ਚੀਜ਼ ਕੋਈ ਲੁਕੋਦੀ ਨਹੀਂ ਹੈ, ਇਹ ਆਪਾਂ ਨੂੰ ਖੁੱਲ੍ਹੇ ਗੱਲਾਂ ਕਰਨੀਆਂ ਚਾਹੀਦੀਆਂ ਨੇ ਤਾਂ ਕਿ ਤੁਸੀਂ ਵੀ ਸਮਝ ਸਕੋ ਔਰ ਮੈਂ ਵੀ ਸਮਝ ਕੇ ਤੁਹਾਨੂੰ ਦੱਸ ਸਕਾਂ ਕਿ ਕੀ ਕੁਛ ਸਾਡੇ ਪੰਜਾਬ ਦੇ ਵਿੱਚ ਆਪਾਂ ਨੂੰ ਕਰਨਾ ਚਾਹੀਦਾ। ਹੁਣ ਤੁਹਾਨੂੰ ਪਤਾ ਹੈ ਕਿ ਸ਼ੁਰੂਆਤ ਅਸੀਂ ਕੀਤੀ ਇਹ ਲੋਕਡਾਊਨ ਦੀ, ਕਰਫਿਊ ਦੀ ਕੀਤੀ ਔਰ ਕੁਛ ਗੱਲਾਂ ਹੋਈਆਂ ਨੇ, ਜੈਸੇ ਲੋਕ ਬਾਹਰੋਂ ਆ ਗਏ, ਕੋਈ ਕਿਤੋਂ ਆਇਆ ਕੋਈ ਕਿਤੋਂ ਆਇਆ, ਉਹਦੇ ਨਾਲ ਕੋਈ ਬਿਮਾਰੀ ਲਿਆਏ ਔਰ ਸਾਡੇ ਪੰਜਾਬ ਦੇ ਵਿੱਚ ਚੱਲੀ। ਲੇਕਿਨ ਕਿਉਂਕਿ ਅਸੀਂ ਬੜੇ ਸਖਤੀ ਨਾਲ ਇਹ ਲੋਕਡਾਊਨ ਕੀਤੀ ਔਰ ਤੁਸੀਂ ਸਾਥ ਦਿੱਤਾ। ਅਗਰ ਤੁਸੀਂ ਸਾਥ ਨਾ ਦਿੰਦੇ ਨਾ ਇਹ ਕਾਬੂ ਨਹੀਂ ਆਉਣੀ ਸੀ ਸਾਥੋਂ। ਅੱਜ ਦੇਖ ਲਓ ਦੇਸ਼ ਭਰ ਵਿੱਚ ਕੀ ਹੋ ਰਿਹਾ, ਕੀ ਮਹਾਰਾਸ਼ਟਰ 'ਚ ਹੋ ਰਿਹਾ, ਕੀ ਤਾਮਿਲਨਾਡੂ 'ਚ ਹੋ ਰਿਹਾ, ਕੀ ਗੁਜਰਾਤ ਵਿੱਚ ਹੋ ਰਿਹਾ ਔਰ ਦੁਨੀਆ ਦੇ ਵਿੱਚ ਤਾਂ ਹੱਦ ਹੀ ਬਾਹਰ ਟੱਪ ਗਈ ਅਤੇ ਤੁਸੀਂ ਸਭ ਕੁਝ ਜਾਣਦੇ ਹੀ ਹੋ। ਲੇਕਿਨ ਆਪਣਾ ਹਾਲੇ ਵੀ ਕੰਟਰੋਲ ਦੇ ਵਿੱਚ ਹੈ ਪੰਜਾਬ 'ਚ ਔਰ ਇਹ ਕੰਟਰੋਲ ਆਪਾਂ ਨੇ ਰੱਖਣਾ ਔਰ ਤੁਸੀਂ ਰੱਖਣਾ। ਹੁਣ ਮੈਨੂੰ ਇਹ ਕਹਿੰਦੇ ਹੋਏ ਇਹ ਬੁਰਾ ਲੱਗਦਾ ਕਿ ਕੱਲ੍ਹ ਦੇ ਦਿਨ 40-100 ਬੰਦਿਆਂ ਦਾ ਪੁਲਿਸ ਨੇ ਚਲਾਨ ਕੀਤਾ ਕਿ ਮਾਸਕ ਨਹੀਂ ਪਾਇਆ ਪਬਲਿਕ ਏਰੀਆ 'ਚ। 160 ਬੰਦਿਆਂ ਦੇ ਚਲਾਨ ਹੋਏ ਨੇ ਕਿ ਉਹਨਾਂ ਨੇ ਸ਼ਹਿਰ ਦੇ ਵਿੱਚ ਜਾਂਦੇ ਸੜਕਾਂ ਦੇ ਉੱਪਰ ਥੁੱਕਿਆ। ਤੁਹਾਨੂੰ ਪਤਾ ਹੈ ਸਾਰੀ ਜਿਹੜੀ ਕੋਵਿਡ ਦੀ ਬਿਮਾਰੀ ਥੁੱਕ ਤੋਂ ਹੀ ਚੱਲਦੀ ਹੈ। ਫਿਰ ਕੁਛ ਇਹੋ ਜਿਹੇ ਨੇ ਜਿਹੜੇ ਸੋਸ਼ਲ ਡਿਸਟੈਂਸਿੰਗ ਨਹੀਂ ਰੱਖਦੀ, 20-25 ਇਹ ਹੋ ਗਏ ਸੀ, ਉੱਥੇ ਚਲਾਨ ਕੀਤਾ। ਹੁਣ ਇਹ ਅੱਜ ਸਮਝਣਾ ਕਿ ਆਪਾਂ ਕੰਟਰੋਲ 'ਚ ਰੱਖਿਆ ਹੈ ਕਿ ਆਪਾਂ ਜੋ ਮਰਜ਼ੀ ਕਰ ਲਈਏ ਅਤੇ ਕੰਟਰੋਲ 'ਚ ਹੀ ਰਹਿਣਾ, ਇਹ ਬਿਲਕੁਲ ਗਲਤ ਬਾਤ ਹੈ। ਤੁਹਾਨੂੰ ਆਪ ਇਹ ਕਦਮ ਅਗਰ ਆਪਾਂ ਨੇ ਪੰਜਾਬ ਨੂੰ ਬਚਾਉਣਾ ਹੈ ਅਤੇ ਅੱਜ ਤੁਹਾਨੂੰ ਇਹ ਕਦਮ ਚੱਕਣੇ ਪੈਣਗੇ ਜਿਹੜੇ ਅਸੀਂ ਦੱਸਦੇ ਆਏ ਹਾਂ ਸ਼ੁਰੂ ਤੋਂ। ਮੈਂ ਨਹੀਂ ਕਿ ਦੱਸ ਰਿਹਾ, ਇਹ ਡਾਕਟਰ ਦੱਸਦੇ ਨੇ ਜਿਹਦੇ ਨਾਲ ਇਹ ਆਪਾਂ ਕਾਬੂ ਕਰ ਸਕਦੇ ਹਾਂ। ਤੁਹਾਨੂੰ ਪਤਾ ਕੀ ਚੀਜ਼ ਹੈ? ਸੋਸ਼ਲ ਡਿਸਟੈਂਸਿੰਗ ਰੱਖਣਾ, 6 ਫੁੱਟ ਦਾ, ਹੱਥ ਧੋਣੇ, ਮਾਸਕ ਪਾਉਣਾ ਔਰ ਇਹ ਚੀਜ਼ਾਂ ਬੜੀਆਂ ਸਾਧਾਰਨ ਚੀਜ਼ਾਂ ਨੇ ਪਰ ਕਰਨੀਆਂ ਤੁਹਾਨੂੰ ਪੈਣਗੀਆਂ। ਅਗਰ ਤੁਸੀਂ ਕਰ ਲਓਗੇ ਫਿਰ ਆਪਾਂ ਆਪਣੇ ਸੂਬੇ ਨੂੰ ਬਚਾ ਲਾਂਗੇ, ਤੁਸੀਂ ਆਪਣੇ ਗੁਆਂਢ 'ਚ ਆਪਣੇ ਲੋਕਾਂ ਨੂੰ ਬਚਾ ਲਓਗੇ, ਨਾਲੇ ਆਪਣੇ ਪਰਿਵਾਰ ਨੂੰ ਬਚਾ ਲਓਗੇ। ਅਸੀਂ ਖੁੱਲ੍ਹ ਕੀਤੀ ਹੈ, ਹੁਣ ਖੁੱਲ੍ਹ ਇਸ ਲਈ ਕੀਤੀ ਹੈ ਕਿਉਂਕਿ ਇਹ ਬਾਹਲੀ ਦੇਰ ਲੋਕਾਂ ਨੂੰ ਅੰਦਰ ਨਹੀਂ ਰੱਖ ਸਕਦੇ। ਸ਼ੁਰੂਆਤ ਵਿੱਚ ਅਸੀਂ ਰੱਖੇ ਪਰ ਆਹਿਸਤਾ ਇਹ ਸਮਝ ਕੇ ਕਿ ਆਪਣੇ ਲੋਕ ਇਹ ਜਿਹੜੀਆਂ ਗੱਲਾਂ ਅਸੀਂ ਕਹੀਆਂ ਨੇ ਚਾਹੇ ਖੁੱਲ੍ਹ ਹੋਏ, ਇਹ ਗੱਲ ਆਪਣੇ ਇਹਨਾਂ ਨੂੰ ਅਪਣਾਉਣਗੇ ਗੱਲਾਂ ਨੂੰ। ਜੈਸੇ ਉਹੀ ਮੈਂ ਤੁਹਾਨੂੰ ਦੱਸਿਆ ਸੋਸ਼ਲ ਡਿਸਟੈਂਸਿੰਗ, ਮਾਸਕ ਵਗੈਰਾ ਔਰ ਉਹਦੇ ਨਾਲ ਹੀ ਇਹ ਬਚਤ ਹੋ। ਔਰ ਉਹ ਮੈਨੂੰ ਅਫਸੋਸ ਤਾਂ ਹੋ ਰਿਹਾ ਕਿ ਦੇਖ ਲਓ ਇੱਕ ਦਿਨ 'ਚ 4600 ਬੰਦਿਆਂ ਨੇ ਮਾਸਕ ਨਹੀਂ ਪਾਇਆ। ਹੁਣ ਤੁਸੀਂ ਬਿਮਾਰੀ ਤੁਹਾਨੂੰ ਵੀ ਲੱਗ ਸਕਦੀ ਹੈ, ਤੁਸੀਂ ਹੋਰਾਂ ਨੂੰ ਵੀ ਦੇ ਸਕਦੇ ਹੋ। ਇਹਦਾ ਫਾਇਦਾ ਕੀ ਹੈ ਦੱਸੋ? ਕੁਛ ਨਹੀਂ। ਔਰ ਇਹ ਗੱਲ ਅਗਰ ਆਪਾਂ ਨੇ ਪੰਜਾਬ ਨੂੰ ਬਚਾਉਣਾ ਹੈ ਤਾਂ ਤੁਹਾਨੂੰ ਇਹ ਮੇਰੀ ਗੱਲ ਮੰਨਣੀ ਪਊ। ਇਹ ਆਪਾਂ ਅੱਜ ਬਚੇ ਹੋਏ ਹਾਂ। ਅੱਜ ਤੁਹਾਨੂੰ ਪਤਾ ਹੈ, ਤੁਸੀਂ ਬਾਕੀ ਤਾਂ ਅੰਕੜੇ ਤੁਸੀਂ ਦੇਖਦੇ ਹੋ ਪਰ ਸਾਡੇ ਸਿਰਫ 2500 ਕੇਸ ਹੋਏ ਨੇ ਅੱਜ ਤੱਕ। ਸਾਡੇ ਐਕਟਿਵ ਕੇਸ 350 ਨੇ ਕਿਉਂਕਿ ਕਈ ਲੋਕ ਆਪਣੇ ਬਿਮਾਰੀ ਤੋਂ ਬਾਅਦ ਆਪਣੇ ਘਰਾਂ ਚਲੇ ਗਏ। ਸਾਡੇ ਰਿਕਵਰੀ ਰੇਟ 85% ਹੈ ਜੋ ਰਿਕਾਰਡ ਹੈ ਸਾਡੇ ਮੁਲਕ ਦੇ ਲਈ। ਔਰ ਅੱਜ ਲੇਕਿਨ ਪਿਛਲੀ ਵਾਰ ਜਦ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਸੀ ਮੈਂ ਤੁਹਾਨੂੰ ਦੱਸਿਆ ਸੀ ਕਿ 25-30 ਬੰਦੇ ਦੀ ਬਿਮਾਰੀ ਲੱਗ ਰਹੀ ਹੈ ਆਪਾਂ ਨੂੰ ਡੇਲੀ ਬੇਸਿਸ 'ਤੇ। ਹੁਣ ਇਹ ਪਹੁੰਚ ਗਈ ਹੈ 40 ਤੋਂ ਲੈ ਕੇ 45 ਤੱਕ। ਇਹੀ ਕਾਰਨ ਜਿਹੜੇ ਮੈਂ ਤੁਹਾਨੂੰ ਦੱਸ ਰਿਹਾ। ਇਸ ਕਰਕੇ ਤੁਸੀਂ ਆਪਣੀ ਜ਼ਿੰਮੇਵਾਰੀ ਸਮਝੋ, ਆਪਣੇ ਵਾਸਤੇ ਵੀ, ਆਪਣੇ ਪਰਿਵਾਰ ਵਾਸਤੇ ਵੀ, ਆਪਣੇ ਗੁਆਂਢ ਵਾਸਤੇ ਵੀ ਔਰ ਆਪਣੇ ਪੰਜਾਬ ਵਾਸਤੇ ਵੀ। ਔਰ ਤੁਸੀਂ ਆਹ ਗੱਲਾਂ ਜ਼ਰੂਰ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਤੁਸੀਂ ਕਰੋ ਆਪਣੇ ਪੰਜਾਬ ਦੇ ਵਿੱਚ, ਕਿਉਂਕਿ ਆਹ ਕੰਮ ਨਹੀਂ ਹੁਣ ਆਪਾਂ ਦੇਣਾ ਕਿ ਆਪਣਾ ਸੂਬਾ ਵੀ ਉਹ ਦੂਜੇ ਸੂਬਿਆਂ ਵਾਂਗੂ ਇਹ ਬਿਮਾਰੀ ਉਹਦੇ ਫੈਲ ਜਾਏ। ਹਿੰਦੁਸਤਾਨ ਦੇ ਵਿੱਚ ਰੋਜ਼ 9000 ਕੇਸ ਆ ਰਹੇ ਨੇ ਔਰ ਉਹਦੇ ਵਿੱਚੋਂ ਪੰਜਾਬ ਦਾ ਸਿਰਫ 0.5% ਹੈ ਔਰ 2.5% ਸਾਡੀ ਹਿੰਦੁਸਤਾਨ ਦੀ ਪਾਪੂਲੇਸ਼ਨ ਹੈ। ਤਾਂ ਤੁਸੀਂ ਸਮਝਿਓ ਕਿ ਅੱਜ ਤੱਕ ਅਸੀਂ ਕੰਟਰੋਲ ਦੇ ਵਿੱਚ ਰੱਖਿਆ। ਇਸ ਕਰਕੇ ਜ਼ਰੂਰੀ ਹੈ ਕਿ ਜਿਹੜੀਆਂ ਗੱਲਾਂ ਮੈਂ ਅੱਜ ਕਰ ਰਿਹਾ ਔਰ ਮੈਂ ਸ਼ੁਰੂਆਤ ਵੀ ਇਸ ਦੇ ਨਾਲ ਕੀਤੀ ਹੈ ਤਾਂ ਕਿ ਮੈਂ ਤੁਹਾਨੂੰ ਦੱਸ ਸਕਾਂ ਕਿ ਕਿੰਨੀ ਇਹ ਜ਼ਰੂਰੀ ਹੈ ਕਿ ਆਪਾਂ ਇਹ ਗੱਲਾਂ ਨੂੰ ਇਹਨਾਂ ਨੂੰ ਬਿਲਕੁਲ ਮਨ 'ਚ ਵਸਾ ਕੇ ਇਹ ਆਪਾਂ ਕਰਦੇ ਰਹੀਏ।
अगर किसी ਨੂੰ कोई भी जुकाम होए या बदन दर्द होए, जैसे फ्लू हो जाता है, कदे कदे मौसम बदलती है ना, तो अपन जुकाम वगैरह हो जाता है, अगर होए कदे ये ना समझो कि आम है, कि आम आम नज़ला हो गया, तुसी जाओ अपने डॉक्टर ਨੂੰ ਮਿਲੋ, ਉਹਨਾਂ ਨੂੰ ਫੈਸਲਾ ਕਰਨ ਦਿਓ ਕਿ ਤੁਹਾਡੇ ਕੀ ਕਿਸ ਕਿਸਮ ਦੀ ਤੁਹਾਨੂੰ ਇਲਾਜ ਉਹਨਾਂ ਨੂੰ ਤੁਹਾਡਾ ਹੋਣਾ ਚਾਹੀਦਾ ਹੈ। ਆਪ ਨਾ ਤੁਸੀਂ ਬਹਿ ਜਾਓ ਘਰ 'ਚ, ਮੈਂ ਥੋੜ੍ਹੀ ਦੇਰ ਮੈਨੂੰ ਰਹੂਗਾ ਫਿਰ ਠੀਕ ਹੋ ਜਾਊਗਾ, ਉਹਦੇ ਨਾਲ ਫੈਲ ਸਕਦਾ ਆਪਣਾ ਕੰਮ। ਔਰ ਅਗਰ ਤੁਸੀਂ ਸਮੇਂ ਸਿਰ ਗਏ, ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਤੁਹਾਡਾ ਇਲਾਜ, ਜੈਸੇ ਇੰਨੇ ਲੋਕ ਸਾਡੇ ਸਮੇਂ ਸਿਰ ਗਏ ਨੇ ਔਰ ਉਹਨਾਂ ਦਾ ਇਲਾਜ ਹੋਇਆ ਔਰ ਉਹ ਠੀਕ ਹੋ ਗਏ ਨੇ ਔਰ ਘਰਾਂ 'ਚ ਵਾਪਸ ਚਲੇ ਗਏ ਨੇ। ਜਿਹੜੇ ਲੋਕ ਦੇਰ ਕਰ ਦਿੰਦੇ ਨੇ ਉੱਥੇ ਫਿਰ ਮੁਸੀਬਤ ਆਉਂਦੀ ਹੈ। ਅੱਜ ਵੀ ਉਸ ਦੇ ਨਾਲ ਮੇਰੇ ਕੋਲ ਹੈ ਕੁਛ, ਆ ਦੇਖ ਲਓ, ਤਕਰੀਬਨ 3 ਬੰਦੇ ਨੇ ਸਾਡੇ ਆਕਸੀਜਨ 'ਤੇ ਔਰ 2 ਬੰਦੇ ਨੇ ਮੇਰਾ ਖਿਆਲ ਇਸ ਲਾਈਫ ਸਪੋਰਟ ਸਿਸਟਮ 'ਤੇ, ਜਿਹਨੂੰ ਕਹਿੰਦੇ ਅਸੀਂ। ਇਹ ਵੀ ਕਿਉਂਕਿ ਸ਼ਾਇਦ ਦੇਰ 'ਚ ਗਏ ਨੇ ਆਪਣੇ ਡਾਕਟਰਾਂ ਕੋਲ, ਤਾਂ ਪਹਿਲਾਂ ਹੀ ਤੁਸੀਂ ਇਹ ਚਲੇ ਜਾਓ ਤਾਂ ਤੁਹਾਨੂੰ ਇਹ ਜਿਹੜੀ ਔਖੀ ਘੜੀ ਹੈ ਇਹਦਾ ਸਾਹਮਣਾ ਨਹੀਂ ਕਰਨਾ ਪਊ ਤੁਹਾਨੂੰ। ਇਹਦੇ ਨਾਲ ਹੀ ਮੈਂ ਮਿਸ਼ਨ ਫਤਿਹ ਇੱਕ ਅਸੀਂ ਪੰਜਾਬ ਨੇ ਲਾਇਆ। ਮੇਰਾ ਕੋਈ ਮਿਸ਼ਨ ਨਹੀਂ ਹੈ, ਇਹ ਕਿਸੇ ਸਰਕਾਰੀ ਮਹਿਕਮੇ ਦਾ ਮਿਸ਼ਨ ਨਹੀਂ ਹੈ, ਤੁਹਾਡਾ ਮਿਸ਼ਨ ਹੈ। ਅਗਰ ਆਪਣੀ ਫਤਿਹ ਹੋਊ ਤਾਂ ਤੁਹਾਡੀ ਹੋਊ, ਪੰਜਾਬ ਦੀ ਹੋਊ। ਇਸ ਕਰਕੇ ਇਹ ਲਾਇਆ ਔਰ ਇਹਦੇ ਵਿੱਚ ਸਾਡੇ ਬਹੁਤ ਦੋਸਤਾਂ ਨੇ ਜਿਨ੍ਹਾਂ ਨੇ ਇਹਦੇ ਵਿੱਚ ਸਾਥ ਦਿੱਤਾ। ਸਾਡੇ ਕਈ ਐਕਟਰ ਵੀਰ ਨੇ, ਪੰਜਾਬ ਦੇ ਰਹਿਣ ਵਾਲੇ ਵੀ ਔਰ ਬਾਹਰ ਵੀ ਨੇ। ਅਮਿਤਾਭ ਬੱਚਨ ਜੀ ਨੇ, ਕਰੀਨਾ ਕਪੂਰ ਜੀ ਨੇ, ਸਾਡੇ ਸੋਨੂ ਸੂਦ ਜੀ ਨੇ, ਮਿਲਖਾ ਸਿੰਘ ਜੀ ਨੇ, ਆਪ ਜੋ ਮੰਨੇ ਹੋਏ ਸਾਡੇ ਖਿਲਾੜੀ ਨੇ, ਕਪਿਲ ਦੇਵ ਜੀ ਜੋ ਸਾਡੇ ਕ੍ਰਿਕਟ ਦੇ ਕੈਪਟਨ ਰਹੇ, ਯੁਵਰਾਜ ਸਿੰਘ ਜੀ ਵੀ ਜਿਹੜੇ ਮਾਹਰ ਸੇ ਕ੍ਰਿਕਟ ਦੇ ਵਿੱਚ, ਔਰ ਕਈ ਹੋਰ ਲੋਕਾਂ ਨੇ ਆਪਣਾ ਸਾਥ ਦਿੱਤਾ ਇਹਦੇ ਵਿੱਚ। ਉਹਨਾਂ ਦਾ ਮੈਂ ਬਹੁਤ ਧੰਨਵਾਦੀ ਹਾਂ। ਉਹਨਾਂ ਨੇ ਆਪਣੇ ਤੌਰ 'ਤੇ ਹੀ ਆਪਣਾ ਸਮਾਂ ਕੱਢ ਕੇ ਸਾਡਾ ਇਸ ਕੰਮ 'ਚ ਸਾਥ ਦਿੱਤਾ ਹੈ। ਪਰ ਇਹ ਦੇਖ ਲਓ, ਬੰਬਈ ਬੈਠੇ ਨੇ ਔਰ ਬੰਬਈ ਬੈਠ 'ਤੇ ਆਪਣੀ ਸੋਚ ਉਹਨਾਂ ਦੀ ਪੰਜਾਬ ਦੇ ਵਿੱਚ ਹੈ ਕਿ ਪੰਜਾਬ ਬਚੇ। ਮੈਂ ਤਾਂ ਇੱਕ ਵਾਰ ਉਹਨਾਂ ਨੂੰ ਬੇਨਤੀ ਕੀਤੀ ਹੈ ਔਰ ਉਸ ਤੋਂ ਬਾਅਦ ਉਹਨਾਂ ਨੇ ਆਪਣੇ ਆਪ ਹੀ ਗੱਲਾਂ ਚੱਕ ਲਈਆਂ। ਤਾਂ ਮੈਨੂੰ ਬੜੀ ਖੁਸ਼ੀ ਹੈ ਔਰ ਹੁਣ ਮੈਂ ਦਿਲੋਂ ਉਹਨਾਂ ਦਾ ਸਾਰਿਆਂ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਇੰਨਾ ਸਾਥ ਸਾਡਾ ਦਿੱਤਾ ਹੈ। ਹੁਣ ਕੁਝ ਗੱਲਾਂ ਨੇ ਜਿਹੜੀਆਂ ਆਪਣੇ ਨਾਲ ਸੰਬੰਧਿਤ ਰੱਖਦੀਆਂ ਨੇ ਕਰੋਨਾ ਤੋਂ ਇਲਾਵਾ। ਇੱਕ ਤਾਂ ਹੈ ਜੀ, ਸਰਕਾਰ ਨੇ ਇੱਕ ਸਾਡੇ ਐਗਰੀਕਲਚਰ ਦੇ ਵਿੱਚ, ਖੇਤੀਬਾੜੀ ਦੇ ਵਿੱਚ ਤਬਦੀਲੀ ਲਿਆਉਣ ਦੀ ਕੋਸ਼ਿਸ਼ ਕੀਤੀ ਹੈ। ਮੈਂ ਉਹਨਾਂ ਨੂੰ ਕਹਿ ਦਿੱਤਾ ਕਿ ਮੈਂ ਉਹਨਾਂ ਦੇ ਨਾਲ ਸਹਿਮਤ ਨਹੀਂ ਹੈ, ਬਿਲਕੁਲ ਅਸੀਂ ਨਹੀਂ ਇਹ ਕਰਨ। ਦੇਖੋ, ਆੜ੍ਹਤੀਆਂ ਦਾ ਔਰ ਕਿਸਾਨਾਂ ਦੀ ਬੜਾ ਇੱਕ ਰਿਸ਼ਤਾ ਹੈ, ਉਹ ਰਿਸ਼ਤਾ ਕਾਇਮ ਰੱਖਣਾ ਹੈ। ਸਾਡੇ MSP ਜਿਹੜੀ ਜਿਹਨੇ ਇਸ ਦੇਸ਼ ਨੂੰ ਬਚਾਇਆ। ਇੱਕ ਸਮੇਂ ਹੁੰਦਾ ਸੀ ਜਦੋਂ ਅਸੀਂ ਭੀਖ ਮੰਗਦੇ ਸੀ ਅਮਰੀਕਾ ਤੋਂ, ਔਰ PL480 ਇੱਕ ਫੰਡ ਸੀ, ਉਹ ਸਾਨੂੰ ਉੱਥੋਂ ਉਧਾਰਾ ਦਿੰਦੇ ਸੀ ਔਰ ਉਹ ਪੈਸੇ ਜਮ੍ਹਾਂ ਕਰਕੇ ਉਰੇ ਪਤਾ ਨਹੀਂ ਕਿਸ ਕੰਮ ਵਾਸਤੇ ਇਸਤੇਮਾਲ ਕਰਦੇ ਸੀ ਅਮਰੀਕਨ। ਔਰ ਫਿਰ ਸਾਡੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਨਵੀਂ ਝੋਨੇ ਕੱਢੇ, ਨਵੇਂ ਸਾਡੀ ਕਣਕਾਂ ਕੱਢੀਆਂ ਔਰ ਉਹਦੇ ਨਾਲ ਸਾਡੀ ਆਪਣੀ ਪੈਦਾਵਾਰ ਹੋਣ ਲੱਗੀ। ਔਰ ਇਹ ਛੋਟਾ ਜਿਹਾ ਪੰਜਾਬ 2.5% ਦੀ ਧਰਤੀ, ਇਹਨੇ ਦੇਸ਼ ਨੂੰ ਬਚਾਇਆ ਔਰ ਇਹ ਅੰਨ ਦਾ ਭੰਡਾਰ ਭਰਤੇ ਸਾਰੇ। ਔਰ ਹੁਣ ਉਹ ਜਿਹੜੀ MSP ਦੇਣ ਲੱਗੇ ਸੀ ਉਹ ਵੀ ਬੰਦ ਕਰਨ ਦੀ ਗੱਲਾਂ ਕਰ ਰਹੇ ਨੇ। ਤਾਂ ਇਹ ਗੱਲਾਂ ਅਸੀਂ ਇਸ ਦੇ ਨਾਲ ਸਖਤੀ ਨਾਲ ਇਸ ਦੀ ਨਿਪਟਾਵਾਂਗੇ। ਅਸੀਂ ਕਾਨੂੰਨੀ ਵਿਵਸਥਾ ਵੀ ਕਰਾਂਗੇ ਔਰ ਮੈਂ ਪ੍ਰਧਾਨ ਮੰਤਰੀ ਜੀ ਨੂੰ ਵੀ ਲਿਖਾਂਗਾ ਕਿ ਇਹ ਪੰਜਾਬ ਦੇ ਨਾਲ ਇਹ ਗੱਲ ਠੀਕ ਨਹੀਂ। ਉਹ ਵੀ ਰਹੇ ਨੇ ਮੁੱਖ ਮੰਤਰੀ, 3 ਵਾਰ ਰਹੇ ਨੇ ਉੱਥੇ ਗੁਜਰਾਤ ਦੇ ਵਿੱਚ, ਔਰ ਉਹਨਾਂ ਨੂੰ ਵੀ ਪਤਾ ਹੋਣਾ ਚਾਹੀਦਾ ਕਿ ਕਿਸਾਨਾਂ ਦੀ ਸੋਚ ਕੀ ਔਰ ਕਿਸਾਨ ਕੈਸੀ ਕਿਸਾਨੀ ਕਰਦੇ ਨੇ। ਉੱਥੇ ਵੀ ਕਿਸਾਨੀ ਹੁੰਦੀ ਹੈ, ਲੇਕਿਨ ਸਾਡੀ ਤਾਂ ਕਿਸਾਨੀ ਨੇ ਤਾਂ ਦੇਸ਼ ਨੂੰ ਬਚਾਇਆ ਔਰ 60 ਸਾਲ ਤੋਂ ਇਹ ਕੰਮ ਚੱਲਦਾ ਰਿਹਾ। ਹੁਣ ਬਦਲਣ ਦਾ ਮਤਲਬ ਕੀ ਹੈ ਦੱਸੋ ਮੈਨੂੰ? ਕੋਈ ਮਤਲਬ ਨਹੀਂ। ਹੁਣ ਜਿਹੜੀ ਕਣਕ ਦੀ ਵਢਾਈ ਹੋਈ ਹੈ ਇੱਕ ਰਿਕਾਰਡ ਹੈ ਪੰਜਾਬ ਵਾਸਤੇ। ਲੋਕ ਕਹਿੰਦੇ ਨੇ ਪਿਛਲੇ ਸਾਲ ਨਾਲੋਂ ਘੱਟ ਹੈ, ਲੇਕਿਨ ਪਿਛਲੇ ਸਾਲ ਨਾਲੋਂ ਇਸ ਲਈ ਘੱਟ ਹੈ ਕਿ ਕਣਕ ਜਿਹੜੀ ਰਾਜਸਥਾਨ ਤੋਂ ਜਾਂ ਹਰਿਆਣੇ ਤੋਂ ਆ ਕੇ ਸਾਡੇ ਮੰਡੀਆਂ 'ਚ ਵਿਕਦੀ ਸੀ, ਉਹ ਟਰੱਕ ਨਹੀਂ ਆਏ। ਲੇਕਿਨ ਜੋ ਸਾਡੀ ਪੈਦਾਵਾਰ ਹੋਈ ਹੈ ਪਿਛਲੇ ਸਾਲ ਔਰ ਐਤਕੀ ਆਪਣੀ ਪਿਛਲੇ ਸਾਲ ਨਾਲੋਂ ਜ਼ਿਆਦਾ ਹੈ। ਤਾਂ ਇਹ ਸਾਡੀ ਹਿੰਮਤ ਹੈ ਔਰ ਅਸੀਂ ਜੇ ਕਿਸਾਨਾਂ ਵਾਸਤੇ 24,000 ਕਰੋੜ ਤਾਂ ਆ ਚੁੱਕਿਆ, ਉਹਨਾਂ ਦੇ ਵਾਸਤੇ ਉਹਨਾਂ ਦੀ ਵਾਹਿਗੁਰੂ ਦੀ ਕਿਰਪਾ ਹੋਈ ਹੈ, ਉਹ ਆਪਣੇ ਪਰਿਵਾਰਾਂ ਨੂੰ ਸਾਂਭਣ। ਲੇਕਿਨ ਦੇਸ਼ ਦੇ ਅੰਨ ਦੇ ਭੰਡਾਰ ਭਰੇ ਨੇ ਪੰਜਾਬ ਨੇ ਔਰ ਇੱਥੇ ਅਸੀਂ ਇਹੋ ਜਿਹੇ ਹਾਲਾਤ ਨਹੀਂ ਦੇਖਣਾ ਚਾਹੁੰਦੇ ਜੈਸੇ ਪਹਿਲਾਂ ਹੁੰਦੇ ਸੀ, ਜੋ ਅਮਰੀਕਨਾਂ ਤੋਂ ਉਧਾਰੇ ਸਾਨੂੰ ਲੈਣਾ ਚਾਹੁੰਦੇ ਸੀ। ਤਾਂ ਜਿਹੜਾ ਕੰਮ ਪੰਜਾਬ ਕਰ ਰਿਹਾ ਹੈ ਉਹਦੇ 'ਚ ਵਿਘਨ ਪਾਉਣ ਦਾ ਫਾਇਦਾ ਕੀ ਹੈ? ਇਹੀ ਮੈਨੂੰ ਸੈਂਟਰ ਦੀ ਸਰਕਾਰ ਦੀ ਕੋਈ ਸਮਝ ਨਹੀਂ ਆਉਂਦੀ ਕਿ ਕਿਉਂ ਤੁਸੀਂ ਕਰ ਰਹੇ ਹੋ।
ਤਾਂ ਇਹ ਗੱਲਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸੀ ਕਿ ਅਸੀਂ ਇਹਦੀ ਜ਼ਰੂਰ ਪ੍ਰਾਈਮ ਮਿਨਿਸਟਰ ਨੂੰ ਮਿਲੂੰਗਾ ਔਰ ਮੈਂ ਜ਼ਰੂਰ ਇਹਨੂੰ ਅਸੀਂ ਸਖਤੀ ਨਾਲ ਜ਼ਰੂਰ ਇਹਦਾ ਨਿਪਟਾਂਗੇ ਇਸ ਨੂੰ। ਤੁਸੀਂ ਇੱਕ ਸਵਾਲ ਕੀਤਾ ਸੀ ਮੈਨੂੰ ਕਿ ਜਿਹੜੇ ਇਹ ਸਕੂਲਾਂ ਦੇ ਵਿੱਚ ਫੀਸ ਹਾਲੇ ਦਿੱਤੀਆਂ ਜਾ ਰਹੀਆਂ ਨੇ, ਅਤੇ ਮੈਂ ਤੁਹਾਨੂੰ ਕਿਹਾ ਸੀ ਕਿ ਜਦੋਂ ਤੱਕ ਸਕੂਲ ਚੱਲਦੇ ਨਹੀਂ ਕੋਈ ਫੀਸ ਨਹੀਂ ਲੈ ਸਕਦਾ, ਸਿਰਫ ਕੋਈ ਉਹ ਲੈਂਦੇ ਨੇ ਔਨਲਾਈਨ ਫੀਸ ਜਾਂ ਕੁਛ ਤੁਸੀਂ ਕਰ ਸਕਦੇ ਹੋ। ਲੇਕਿਨ ਉਸ ਤੋਂ ਬਾਅਦ ਫਿਰ ਹਾਈ ਕੋਰਟ 'ਚ ਚਲੇ ਗਏ ਕੁਝ ਸਕੂਲ, ਔਰ ਹਾਈ ਕੋਰਟ ਨੇ ਸਾਡਾ ਜਿਹੜਾ ਹੁਕਮ ਸੀ ਉਹਨੂੰ ਅਮੈਂਡ ਕਰਤਾ। ਹੁਣ ਅਸੀਂ ਦੁਬਾਰਾ ਅਪੀਲ ਇੱਕ ਹਾਈ ਕੋਰਟ ਦੇ ਵਿੱਚ ਕਰਾਂਗੇ ਤਾਂ ਕਿ ਇਹ ਗੱਲ ਨੂੰ ਅਸੀਂ ਸੁਧਾਰੀਏ। ਇਹ ਅਸੀਂ ਸਮਝਦੇ ਹਾਂ ਕਿ ਇਹਦੇ 'ਚ ਹਾਈ ਕੋਰਟ ਨੂੰ ਜ਼ਰੂਰ ਸਮਝਣਗੇ ਸਾਡੀ ਗੱਲ, ਕਿਉਂਕਿ ਇਹ ਜਦੋਂ ਤੁਸੀਂ ਸਕੂਲ ਹੀ ਨਹੀਂ ਚਲਾ ਰਹੇ ਤਾਂ ਫੀਸ ਕਿਸ ਵਾਸਤੇ ਲੋਕ ਦੇਣ ਉਸ ਨੂੰ। ਤਾਂ ਮੈਂ ਸਮਝਦਾ ਕਿ ਸਾਡੀ ਗੱਲ ਮੰਨੀ ਜਾਵੇਗੀ। ਇੱਕ ਤਾਂ ਇਹ ਹੈ। ਦੂਸਰਾ, ਬੜੀ ਦੇਰ ਤੋਂ ਚੱਲ ਰਹੀ ਹੈ ਗੱਲ ਕਿ ਗੰਨੇ ਦੀ ਜਿਹੜੀ ਖਰੀਦ ਹੈ ਉਹਦੇ ਪੈਸੇ ਨਹੀਂ ਮਿਲ ਰਹੇ, ਬਹੁਤ ਪ੍ਰਾਈਵੇਟ ਸੈਕਟਰ 'ਚ ਵੀ ਪਬਲਿਕ ਸੈਕਟਰ 'ਚ ਵੀ। ਅਤੇ ਪਬਲਿਕ ਸੈਕਟਰ ਵਿੱਚ ਜਿੰਨਾ ਸੀਗਾ ਅਸੀਂ 100% ਪੂਰਾ ਗੰਨੇ ਦੀ ਜਿਹੜੀ ਕੀਮਤ ਚੁਕਾ ਰਹੇ ਹਾਂ। ਅੱਜ 150 ਕਰੋੜ ਦਾ ਤਕਰੀਬਨ ਸਰਕਾਰ ਪੰਜਾਬ ਸਰਕਾਰ ਦੇਗੀ, ਔਰ 150 ਕਰੋੜ ਸਾਡੇ ਕੋਆਪਰੇਸ਼ਨ ਮਹਿਕਮਾ ਜਿਹੜਾ ਹੈ ਉਹ ਇੰਨਾ ਕੁ ਬਣਦਾ 300 ਕਰੋੜ ਦੇ ਕਰੀਬ, ਔਰ ਅੱਧਾ ਉਹ ਕੋਆਪਰੇਸ਼ਨ ਮਹਿਕਮਾ ਕਰੂਗਾ, ਅੱਧੀ ਅਸੀਂ ਦੇ ਰਹੇ ਹਾਂ ਤਾਂ ਕਿ ਤੁਹਾਡਾ ਪੂਰਾ ਗੰਨੇ ਦਾ ਭਾਅ ਤੁਹਾਨੂੰ ਮਿਲ ਜੇ। ਫਿਰ ਤੁਸੀਂ ਨੌਕਰੀਆਂ ਦੇ ਬਾਰੇ ਬਾਰ ਮੈਨੂੰ ਕਹਿੰਦੇ ਹੋ, ਇਹ ਜ਼ਰੂਰੀ ਗੱਲ ਹੈ ਕਿ ਜਦੋਂ ਕੋਈ ਬੱਚਾ ਪੜ੍ਹਦਾ ਹੈ, ਅੱਗੇ ਨਿਕਲਦਾ ਹੈ, ਉਹਦੀ ਡਿਗਰੀਆਂ ਹੁੰਦੀਆਂ ਨੇ, ਉਹ ਨੌਕਰੀ ਪਾੜੂਗਾ। ਉਹ ਅਸੀਂ ਜ਼ਰੂਰ ਇਸ ਨੂੰ, ਤੁਹਾਨੂੰ ਪਤਾ ਹੈ ਅਸੀਂ ਕਰਦੇ ਆਏ ਹਾਂ ਪਿਛਲੇ 3 ਸਾਲਾਂ ਤੋਂ ਆਪਣੇ ਜੋਬ ਮੇਲਾਜ਼ ਵਗੈਰਾ, ਤਾਂ ਕਿ ਉੱਥੇ ਦੇ ਬੱਚੇ ਨੂੰ ਮਿਲਣ ਨੌਕਰੀਆਂ। ਔਰ ਹੁਣ ਬੰਦ ਕਰਨੀਆਂ ਪਈਆਂ ਇਸ ਕੋਵਿਡ ਕਰਕੇ। ਫਿਰ ਅਸੀਂ ਜਦ ਕੋਵਿਡ ਦਾ ਕੰਮ ਖੁੱਲ੍ਹੂਗਾ ਫਿਰ ਅਸੀਂ ਜ਼ਰੂਰ ਤੁਹਾਨੂੰ ਇਹ ਦੁਬਾਰਾ ਅਸੀਂ ਜੋਬ ਮੇਲਾਜ਼ ਰੱਖਾਂਗੇ। ਇਹਦੇ ਵਿੱਚ ਸਰਕਾਰੀਆਂ ਨੌਕਰੀਆਂ ਦੀ ਮੰਗ ਹੁੰਦੀ ਆਮ ਤੌਰ 'ਤੇ। ਸਰਕਾਰੀ ਨੌਕਰੀਆਂ ਜਿਹੜੀਆਂ ਨੇ ਨਾ ਉਹ ਬਹੁਤ ਥੋੜ੍ਹੀਆਂ ਨੇ। 12,000 ਬੰਦਾ ਰਿਟਾਇਰ ਹੁੰਦਾ ਸਾਲ, ਤਾਂ 12,000 ਤੁਸੀਂ ਭਰ ਸਕਦੇ ਹੋ, ਜਾਂ ਜਿਹੜਾ ਕੋਈ ਬੈਕਲੌਗ ਹੈ ਕੁਛ ਜਿੰਨਾ ਵੀ ਹੈ ਉਹ ਤੁਸੀਂ ਭਰ ਸਕਦੇ ਹੋ। ਨਵੇਂ ਮਹਿਕਮੇ ਨਹੀਂ ਬਣ ਸਕਦੇ ਔਰ ਉਹਨਾਂ ਨੂੰ ਆਪਾਂ ਖਿੱਚ ਕੇ ਵੱਡਾ ਤਾਂ ਕਰ ਨਹੀਂ ਸਕਦੇ। ਸੋ ਇੱਕ ਪਾਸੇ ਤਾਂ ਇਹ ਹੈ, ਇਹ ਅਸੀਂ ਖੋਲਾਂਗੇ ਜ਼ਰੂਰ, ਗਵਰਨਮੈਂਟ ਦੇ ਮਹਿਕਮੇ ਵੀ ਅਸੀਂ ਖੋਲਾਂਗੇ, ਪਰ ਇਸ ਦੇ ਨਾਲ ਦੇ ਨਾਲ ਪ੍ਰਾਈਵੇਟ ਇੰਡਸਟਰੀ ਬਹੁਤ ਲਿਆ ਰਹੇ ਹਾਂ ਅਸੀਂ। ਚੀਨ ਤੋਂ ਲਿਆਉਣਾ ਚਾਹੁੰਦੇ ਹਾਂ। ਸਾਡੇ ਮੌਜੂਦਾ ਉਰੇ ਇੰਡਸਟਰੀ ਬੜੀ ਲੱਗ ਰਹੀ ਹੈ, ਬਹੁਤ ਯੂਨਿਟ ਸਾਡੇ ਆਏ ਨੇ ਇਹ 2 ਸਾਲਾਂ ਦੇ ਵਿੱਚ। ਜਦ ਤੋਂ ਸਾਡੀ ਸਰਕਾਰ ਆਈ ਹੈ ਬਹੁਤ ਲੋਕ ਉਰੇ ਇੱਥੇ ਆ ਕੇ ਆਪਣਾ ਨਵੀਂ ਇੰਡਸਟਰੀ ਲਾਉਣ ਦੀ ਜ਼ਮੀਨਾਂ ਲੈ ਰਹੇ ਨੇ, ਔਰ ਕੰਮ ਵੀ ਸ਼ੁਰੂ ਹੋ ਗਿਆ, ਕਿਤੇ ਤਾਂ ਕੰਮ ਵੀ ਸ਼ੁਰੂ ਹੋ ਗਿਆ। ਸੋ ਬੜੀ ਅੱਛੀ ਗੱਲ ਹੈ ਕਿ ਪੰਜਾਬ ਹੁਣ ਇੰਡਸਟਰੀਲਾਈਜੇਸ਼ਨ ਦੇ ਤੌਰ 'ਤੇ ਨਿਕਲ ਰਿਹਾ ਅੱਗੇ। ਪਾਵਰ ਟੈਰਿਫ ਦਾ ਤੁਹਾਨੂੰ ਦੇਖਿਆ ਕਿ ਅਸੀਂ ਹੁਣ ਬਿਜਲੀ ਦੇ ਡੋਮੈਸਟਿਕ ਜਿਹੜੇ ਥੋੜ੍ਹੀ ਅਸੀਂ ਰਾਹਤ ਦਿੱਤੀ ਆ ਲੋਕਾਂ ਨੂੰ, ਇਹ ਦੇਣੀ ਦੀ ਲੋੜ ਸੀ, ਕਿਉਂਕਿ ਹੁਣ ਤੁਸੀਂ ਕੋਈ ਨੌਕਰੀ ਨਹੀਂ ਕਰ ਰਿਹਾ, ਕੋਈ ਫੈਕਟਰੀਆਂ ਬੰਦ ਪਈਆਂ ਸੀਆਂ, ਕੁਛ ਇਹ ਸਾਰੇ ਜਿਹੜੀ ਸਮੱਸਿਆ ਬਣੀ ਹੋਈ ਹੈ ਪੰਜਾਬ 'ਚ ਆਰਥਿਕ ਤੌਰ 'ਤੇ, ਜਿਹੜੇ ਸਾਡੇ ਬਸ ਦੀ ਗੱਲ ਸੀ ਅਸੀਂ ਉਹ ਕੀਤੀ। ਹੁਣ ਸਾਡੇ ਤਕਰੀਬਨ 70 ਲੱਖ ਆਪਣੇ ਡੋਮੈਸਟਿਕ ਸਾਡੇ ਬੰਦੇ ਨੇ ਜਿਹੜੇ ਆਪਣੇ ਪਾਵਰ ਲੈਂਦੇ ਨੇ, ਜਿਹੜੇ ਪਾਵਰ ਆਪਣੇ ਘਰਾਂ ਦੇ ਵਿੱਚ ਲੈਂਦੇ ਨੇ, ਬਿਜਲੀ ਆਪਣੇ ਘਰਾਂ ਦੇ ਵਿੱਚ ਲੈਂਦੇ ਨੇ, ਉਹ ਤਕਰੀਬਨ 70 ਲੱਖ ਦੇ ਕਰੀਬ ਨੇ। ਉਹਦੇ ਵਿੱਚੋਂ ਅਸੀਂ 67 ਲੱਖ ਨੂੰ ਜਿਹੜੇ ਬਿਲਕੁਲ ਘੱਟ ਬਿਜਲੀ ਇਸਤੇਮਾਲ ਕਰਨ ਵਾਲੇ ਨੇ, ਜਿਹੜੇ ਗਰੀਬ ਬੰਦੇ ਨੇ ਜਾਂ ਉਸ ਕਿਸਮ ਦੀ ਬਿਜਲੀ ਦੀ ਕੰਜ਼ੰਪਸ਼ਨ ਹੈ ਜਿਹੜੀ ਘੱਟ ਹੈ, ਉਹਨਾਂ ਨੂੰ ਅਸੀਂ ਰਾਹਤ ਦਿੱਤੀ ਹੈ। ਜਿਹੜੇ ਵੱਡੇ ਰਹਿ ਗਏ 3 ਲੱਖ ਦੇ ਕਰੀਬ, ਉਹਨਾਂ ਨੂੰ ਆਪਣਾ ਬਿਜਲੀ ਪੂਰੀ ਦੇਣੀ ਪਊ, ਲੇਕਿਨ ਸਾਰੇ ਜਿਹੜੀ ਗਰੀਬ ਜਨਤਾ ਹੈ ਔਰ ਜਿਨ੍ਹਾਂ ਦੇ ਬਿੱਲ ਘੱਟ ਆਉਂਦੇ ਨੇ ਉਹਨਾਂ ਨੂੰ ਅਸੀਂ ਘਟਾਉਣ ਦੀ ਕੋਸ਼ਿਸ਼ ਕੀਤੀ ਹੈ। ਸੋ ਇੰਨਾ ਅਸੀਂ ਦੇ ਸਕੇ ਹਾਂ। ਅਗਲੇ ਸਾਲ ਅਸੀਂ ਹੋਰ ਦੇਖਾਂਗੇ ਇਸ ਨੂੰ, ਤਾਂ ਕਿ ਤੁਹਾਨੂੰ ਅਸੀਂ ਹੋਰ ਰਾਹਤ ਦੇ ਸਕੀਏ। ਹੁਣ ਮੈਂ ਗੱਲ ਕਰਨਾ ਚਾਹੁੰਦਾ ਤੁਹਾਡੇ ਨਾਲ ਜਿਹੜੀਆਂ ਕੁਝ ਸਵਾਲ ਤੁਸੀਂ ਮੈਨੂੰ ਕੀਤੇ ਨੇ। ਪਹਿਲਾਂ ਤੁਸੀਂ ਕਿਹਾ ਕਿ ਇੱਥੇ ਹੈ ਮਨਜੀਤ ਸਿੰਘ ਜੀ, ਮੈਂ ਪੰਜਾਬ ਯੂਨੀਵਰਸਿਟੀ ਦੇ ਵਿੱਚ ਪੜ੍ਹਦਾ। ਵਿਦਿਆਰਥੀਆਂ ਦੇ ਮੇਰੇ ਕੋਲ ਦਸਤਖਤ ਨੇ ਇੱਕ ਪਟੀਸ਼ਨ ਕਿ ਸਾਡੇ ਕੈਂਸਲ ਦੀ ਆਫਲਾਈਨ ਐਗਜ਼ਾਮ ਫॉर द ਬੈਟਰਮੈਂਟ ਆਫ ਪਟਿਆਲਾ। ਮਨਜੀਤ ਸਿੰਘ, ਦੇਖੋ ਇਹ ਸਾਡੀ ਵਾਸਤੇ ਗੱਲ ਨਹੀਂ ਹੈ, ਇਹ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਕਰਦਾ ਹੈ ਜੋ ਸਕੂਲਾਂ ਤੱਕ ਹੈ। ਜੈਸੇ ਅਸੀਂ ਹੁਣ ਐਗਜ਼ਾਮ ਦੇ ਕਰ ਦਿੱਤੇ 5ਵੀਂ ਜਮਾਤ, 8ਵੀਂ ਜਮਾਤ, 10ਵੀਂ ਜਮਾਤ, ਇਹ ਕਾਲਜ ਦਾ ਨਹੀਂ ਅਸੀਂ ਕਰ ਸਕਦੇ। ਕਾਲਜ ਔਰ ਯੂਨੀਵਰਸਿਟੀਜ਼
ਉਹ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਫੈਸਲਾ ਕਰਦੀ ਹੈ ਕਿ ਕਦੋਂ ਇਮਤਿਹਾਨ ਹੋਣਗੇ, ਔਰ ਯੂਨੀਵਰਸਿਟੀਆਂ ਨੂੰ ਦੱਸਿਆ ਜਾਂਦਾ ਹੈ। ਹੁਣ ਸਾਡੀ ਜਿਹੜੀ ਯੂਨੀਵਰਸਿਟੀਜ਼ ਦੋਨੋਂ ਨੇ, ਉਹਨਾਂ ਨੇ ਜਿਹੜੇ ਤਾਂ ਫਾਈਨਲ ਐਗਜ਼ਾਮ ਨੇ, ਫਾਈਨਲ 6ਵੇਂ ਟਰਮ ਜਿਹੜੇ ਸੈਮਿਸਟਰ ਹੈ ਤੁਹਾਡਾ, ਉਹ ਤਾਂ ਤੁਹਾਨੂੰ ਕਰਨਾ ਹੀ ਪਊ ਇਮਤਿਹਾਨ। ਉਹ ਤਾਂ ਜੋ ਉਹਨਾਂ ਦਾ ਫੈਸਲਾ ਕਰ ਸਕਦੇ ਆ, ਯੂਨੀਵਰਸਿਟੀ ਜਿੰਨਾ ਹੈਲਪ ਕਰ ਸਕਦੀ ਉਹ ਕਰਨਗੇ। ਲੇਕਿਨ ਜੋ UGC ਨੇ ਕਿਹਾ ਕਿ ਤੁਸੀਂ ਆਪਣੀ ਜੁਲਾਈ ਦੇ ਵਿੱਚ ਤੁਹਾਨੂੰ ਇਮਤਿਹਾਨ ਰੱਖਣੇ ਪੈਣਗੇ। ਲੇਕਿਨ ਜਿਹੜੇ ਦੂਜੇ ਨੇ, ਫਸਟ ਈਅਰ, ਸੈਕੰਡ ਈਅਰ, ਥਰਡ ਈਅਰ ਵਗੈਰਾ, ਫਸਟ ਈਅਰ ਸੈਕੰਡ ਸੈਮਿਸਟਰ ਜਾਂ ਥਰਡ ਸੈਮਿਸਟਰ ਵਗੈਰਾ, ਉੱਥੇ ਯੂਨੀਵਰਸਿਟੀ ਫਰਕ ਪਾ ਸਕਦੀ ਹੈ, ਥੋੜ੍ਹੀ ਦੇਰ ਡਿਲੇ ਕਰ ਸਕਦੀ ਹੈ। ਔਰ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਤੁਸੀਂ ਇਸ ਗੱਲ ਨੂੰ ਦੇਖੋ, ਕਿਉਂਕਿ ਬੱਚਿਆਂ ਨੂੰ ਪੜ੍ਹਨ ਦਾ ਮੌਕਾ ਨਹੀਂ ਮਿਲਿਆ, 3 ਮਹੀਨੇ ਤੋਂ ਲੋਕਡਾਊਨ ਰਿਹਾ। ਸੋ ਆਈ ਹੋਪ ਕਿ ਉਹ ਯੂਨੀਵਰਸਿਟੀਜ਼ ਉੱਥੇ ਮਦਦ ਕਰ ਸਕਦੀਆਂ ਨੇ। ਲੇਕਿਨ ਫਾਈਨਲ ਐਗਜ਼ਾਮ ਉਹ ਅਸੀਂ ਨਾ ਯੂਨੀਵਰਸਿਟੀ ਕਰ ਸਕਦੀ ਹੈ, ਨਾ ਪੰਜਾਬ ਗਵਰਨਮੈਂਟ ਕਰ ਸਕਦੀ ਹੈ, ਉਹ ਤੁਹਾਨੂੰ ਪਊਗਾ। ਇਹ ਤੁਸੀਂ ਰਹਿਤ ਬਾੜਾ ਮਹਾਲੀ ਤੋਂ ਹਿਮਾਂਸ਼ੂ ਗੁਪਤਾ ਜੀ ਨੇ ਕਿਹਾ ਕਿ ਸਾਡੇ ਤਨਖਾਹਾਂ ਨਹੀਂ ਦਿੱਤੀਆਂ ਗਈਆਂ ਜਨਵਰੀ ਤੋਂ। ਹੁਣ ਇਹ ਮੈਂ ਜ਼ਰੂਰ ਉਹਨਾਂ ਨੂੰ ਸਾਡੇ ਹਾਇਰ ਐਜੂਕੇਸ਼ਨ ਡਿਪਾਰਟਮੈਂਟ ਨੂੰ ਕਹੂੰਗਾ ਕਿ ਚੈੱਕ ਕਰਨ ਗੱਲ ਕੀ ਹੈ। ਲੇਕਿਨ ਜੋ ਪਤਾ ਲੱਗਿਆ ਸਾਨੂੰ ਕਿ ਉਹਨਾਂ ਦੇ ਅੰਦਰੂਨੀ ਕੋਈ ਕੁਛ ਸਮੱਸਿਆਵਾਂ ਨੇ ਯੂਨੀਵਰਸਿਟੀ ਦੇ ਵਿੱਚ। ਫਿਰ ਵੀ ਅਗਰ ਉਹ ਯੂਨੀਵਰਸਿਟੀ ਚੱਲ ਰਹੀ ਹੈ, ਸਾਡੀ ਜ਼ਿੰਮੇਵਾਰੀ ਬਣਦੀ ਹੈ ਨਾਵਲ ਲਾਸਟ ਦੀ ਹਾਇਰ ਐਜੂਕੇਸ਼ਨ ਡਿਪਾਰਟਮੈਂਟ ਜਿਹੜੀ ਹੈ ਕਿ ਤੁਸੀਂ ਇਹਦਾ ਪਤਾ ਕਰੋ ਕਿ ਕਿਉਂ ਸਾਡੇ ਅੱਜ ਦੇਖੋ ਹੁਣ ਆਪਾਂ ਜੂਨ 'ਚ ਪਹੁੰਚ ਕੇ 6 ਮਹੀਨੇ ਤਨਖਾਹ ਨਹੀਂ ਦੇਣੀ, ਇਹ ਗਲਤ ਬਾਤ ਹੈ। ਔਰ ਇਹ ਜ਼ਰੂਰ ਅਸੀਂ ਦੇਖਾਂਗੇ। ਇੱਕ ਤੁਸੀਂ ਮੈਨੂੰ ਪੁੱਛਿਆ ਕਿ ਸਾਡੇ ਏਰੀਆ 'ਚ ਹੁਸ਼ਿਆਰਪੁਰ ਤੋਂ ਹੈ ਗਗਨਦੀਪ ਜੀ ਕਿ ਡੋਮੀਨੋਜ਼ ਦਾ ਰੈਸਟੋਰੈਂਟ 9 ਵਜੇ ਤਾਈਂ ਖੁੱਲ੍ਹਿਆ ਹੈ। ਬਿਲਕੁਲ ਗਲਤ ਹੈ। ਸਾਡਾ 7 ਵਜੇ ਤਾਈਂ ਸੀ ਸਾਡੀ ਕਰਫਿਊ ਵਗੈਰਾ ਬਾਹਰ ਜਾਣ ਦਾ, ਔਰ ਕਰਫਿਊ ਲੱਗ ਜਾਂਦਾ ਸੀ 7 ਵਜੇ। ਉਸ ਤੋਂ ਬਾਅਦ ਅਗਰ ਇਹਨਾਂ ਨੇ 9 ਵਜੇ ਤੱਕ ਖੋਲ੍ਹਿਆ, ਅਸੀਂ ਅੱਜ ਹੀ ਡਿਪਟੀ ਕਮਿਸ਼ਨ ਨੂੰ ਕਹਾਂਗੇ ਚੈੱਕ ਕਰਨ ਔਰ ਉਹਨਾਂ ਨੂੰ ਜੋ ਵੀ ਕਾਨੂੰਨੀ ਅਵਸਥਾ ਦੇ ਮੁਤਾਬਕ ਜੋ ਉਹਨਾਂ ਨੂੰ ਫਾਈਨ ਕਰਨਾ ਹੈ ਫਾਈਨ ਕਰਨ। ਇਹ ਬਿਲਕੁਲ ਗਲਤ ਬਾਤ ਹੈ ਕਿ ਅਗਰ ਤੁਸੀਂ ਤੋੜਨ ਲੱਗ ਜਾਓ ਕਰਫਿਊ ਵਗੈਰਾ, ਫਿਰ ਲਾਉਣ ਦਾ ਫਾਇਦਾ ਕੀ ਹੈ? ਅਸੀਂ ਤਾਂ ਲੋਕਾਂ ਨੂੰ ਬਚਾਉਣਾ ਚਾਹੁੰਦੇ ਹਾਂ ਲਾ ਕੇ, ਔਰ ਇਹੀ ਜਿਹੇ ਲੋਕ ਜਿਹੜੇ ਕਰਦੇ ਨੇ ਇਹ ਬਿਲਕੁਲ ਗਲਤ ਕਰ ਰਹੇ ਨੇ। ਅੱਜ ਮਨਜੀਤ ਸਿੰਘ ਜੀ ਖੋਰ ਨੇ ਪਟਿਆਲੇ ਤੋਂ, ਉਹਨਾਂ ਨੇ ਕਿਹਾ ਕਿ ਮੇਰੇ ਇਲੈਕਸ਼ਨ ਏਜੰਟ ਹੁੰਦੇ ਸੀ 1980 ਦੀ ਇਲੈਕਸ਼ਨ 'ਚ, ਅਤੇ ਮੇਰੀ ਤਬੀਅਤ ਠੀਕ ਨਹੀਂ, ਪਰ ਮੈਂ ਇੱਕ ਵਾਰ ਤੁਹਾਡੇ ਨਾਲ ਚਾਹ ਪੀਣਾ ਚਾਹੁੰਦਾ, ਸ਼ੌਕ ਨਾਲ, ਬੜੇ ਸ਼ੌਕ ਨਾਲ, ਮੈਂ ਆਪ ਪ੍ਰਬੰਧ ਕਰਾਂਗਾ ਕਿ ਅਗਰ ਮੈਂ ਪਟਿਆਲੇ ਆਇਆ ਉੱਥੇ ਮਿਲੀਏ। ਅਗਰ ਤੁਸੀਂ ਆ ਸਕਦੇ ਹੋ ਕਿ ਤੁਹਾਨੂੰ ਅਸੀਂ ਆਪ ਲੈ ਕੇ ਆਵਾਂਗੇ ਉਰੇ, ਔਰ ਉਰੇ ਮੇਰੇ ਕੋਲ ਆ ਕੇ ਤੁਸੀਂ ਚਾਹ ਜ਼ਰੂਰ ਪੀ ਕੇ ਜਾਓ। ਮਨਜੀਤ ਜੀ ਤਕੜੇ ਰਹੋ। ਤੁਸੀਂ ਕਹਿ ਰਹੇ ਹੋ ਕਿ ਮੇਰਾ ਅਖੀਰਲੇ ਦਮ ਤੱਕ ਤੋਂ ਪਹਿਲਾਂ ਮੈਂ ਪੀਣਾ ਚਾਹੁੰਦਾ, ਕਿ ਤੁਸੀਂ ਕਿਤੇ ਨਹੀਂ ਜਾਣਾ, ਹਾਲੇ ਸਾਡੇ ਕੋਲ ਹੀ ਰਹਿਣਾ। ਆਪਾਂ ਸਾਰੇ ਇਕੱਠੇ ਹੀ ਇੱਥੇ ਲੜਾਈ ਲੜਨੀਆਂ ਨੇ ਬਹੁਤ ਹਾਲੇ ਅੱਗੇ। ਪਹਿਲਾਂ ਤੁਸੀਂ ਮੇਰੇ ਇਲੈਕਸ਼ਨ ਏਜੰਟ ਸੀ 1980 'ਚ, ਹੁਣ ਦੇਖ ਲਓ ਕਿੰਨੇ ਸਾਲ ਹੋ ਗਏ। ਤਕੜੇ ਰਹਿਣਾ ਔਰ ਮਿਲਾਂਗੇ ਜ਼ਰੂਰ, ਬਟ ਤੁਹਾਨੂੰ ਕਿਤੇ ਨਹੀਂ ਜਾਣ ਦੇਣਾ ਸੀ। ਤੁਸੀਂ ਫਿਰ ਮੈਨੂੰ ਪੁੱਛਿਆ ਇਹ ਮਹਾਰਾਸ਼ਟਰ ਵਗੈਰਾ, ਇਹ ਪੁੱਛਿਆ ਮੈਨੂੰ ਗੁਰਲੀਨ ਕੌਰ ਜੀ ਲੁਧਿਆਣੇ ਦੇ, ਨਾਲੇ ਸੰਜੇ ਸ਼ਰਮਾ ਜੀ ਬਠਿੰਡੇ, ਔਰ ਇੱਕ ਬਿਕਰਮਜੀਤ ਸਿੰਘ ਬਹਿਲਾ ਮਾਨਸਾ ਤੋਂ। ਇੱਕੋ ਹੀ ਤਕਰੀਬਨ ਕਿਸਮ ਦੇ ਸਵਾਲ ਨੇ, ਮੈਂ ਤੁਹਾਨੂੰ ਦੱਸ ਦਿੰਦਾ। ਤੁਸੀਂ ਪੁੱਛਿਆ ਕਿ ਕੀ ਪ੍ਰਬੰਧ ਤੁਸੀਂ ਕੀਤੇ ਨੇ ਜਾਂ ਕੋਵਿਡ ਅਗਰ ਫੈਲ ਜੇ, ਐਂਡ ਹਿੰਦੁਸਤਾਨ ਦੇ ਵਿੱਚ 1 ਲੱਖ ਤੋਂ 2 ਲੱਖ ਕਰੋਨਾ ਪੇਸ਼ੈਂਟਸ ਹੋ ਗਏ ਨੇ 15 ਦਿਨ 'ਚ, ਤੁਹਾਡਾ ਕੀ ਪਲਾਨ ਹੈ ਅੱਗੇ ਵਾਸਤੇ? ਰੋਡ ਮੈਪ ਟੂ ਡੀਲ ਵਿਦ ਕਰੋਨਾ ਪੈਂਡੈਮਿਕ ਇਹ ਹੈ ਬਿਕਰਮਜੀਤ ਬਹਿਲਾ ਨੇ। ਦੇਖੋ ਗੱਲ ਇਹ ਹੈ, ਅਸੀਂ ਵਾਹਿਗੁਰੂ ਦੀ ਕਿਰਪਾ ਨਾਲ ਸਾਰੇ ਕੰਟਰੋਲ ਨੇ ਇਸ ਵੇਲੇ। ਸਾਡਾ ਸਿਚੁਏਸ਼ਨ ਇਹ ਹੈ ਅੱਜ ਦੇ ਦਿਨ ਕਿ ਟੋਟਲ ਸਾਡੇ ਕੇਸਿਸ ਅੱਜ ਤੱਕ 2461 ਨੇ, ਉਹਦੇ ਵਿੱਚੋਂ 5 ਜੂਨ ਨੂੰ 46 ਬੰਦਿਆਂ ਨੂੰ ਇਹ ਕੋਵਿਡ ਹੋਇਆ। ਅੱਛਾ, ਮੌਤਾਂ ਸਾਡੀਆਂ ਅਫਸੋਸ ਹੈ ਸਾਨੂੰ ਕਹਿੰਦੇ, ਲੇਕਿਨ 48 ਮੌਤਾਂ ਹੋਈਆਂ ਨੇ, ਇੱਕ ਸੀ ਕੱਲ੍ਹ। ਔਰ ਸਾਡੇ ਸੈਂਪਲ ਬੜੇ ਲਿੱਤੇ ਗਏ ਨੇ, 1,13,000 ਲਿੱਤੇ ਗਏ ਨੇ, ਔਰ ਜਿਹੜੇ ਸੈਂਪਲ ਪੋਜ਼ੀਟਿਵ ਹੋਏ ਨੇ ਉਹ ਟੋਟਲ 2461, ਕੱਲ੍ਹ 46, ਔਰ ਪੇਸ਼ੈਂਟਸ ਜਿਹੜੇ ਰਿਕਵਰ ਹੋਏ ਨੇ, ਇਹ ਸਾਡੇ ਵਾਸਤੇ ਬਹੁਤ ਵੱਡੀ ਗੱਲ ਹੈ। 2070 ਸਾਡੇ ਪੇਸ਼ੈਂਟ ਰਿਕਵਰ ਹੋਏ ਨੇ, ਕੱਲ੍ਹ 26 ਵਾਪਸ ਆਪਣੇ ਘਰਾਂ 'ਚ ਗਏ ਨੇ, ਔਰ ਪੇਸ਼ੈਂਟ ਐਡਮਿਟਡ ਟੂ ਆਈਸੋਲੇਸ਼ਨ ਫੈਸਿਲਿਟੀਜ਼ ਕੱਲ੍ਹ 47, ਟੋਟਲ ਸਿਰਫ 438, ਔਰ ਹਾਈ ਡਿਪੈਂਡੈਂਸੀ ਯੂਨਿਟ ਜਿਹੜੀ ਆਕਸੀਜਨ ਨਾਲ ਉਹ 3, ਔਰ ਵੈਂਟੀਲੇਟਰ ਸਪੋਰਟ 'ਤੇ ਵੀ
कल ऑक्सीजन का कोई नहीं सी। टोटल साढ़े पंजाब दे विच 3 होए ने ऑन हाई डिपेंडेंसी यूनिट और 3 वेंटिलेटर सपोर्ट क्यूमुलेटिव, और कल सिर्फ 1 सी। हुण इहदे बावजूद कि बड़ी अच्छी तरह कंट्रोल हो रहा सारा मैडिकल तौर पर, असी कोई कसर नहीं छड्ड रही। हुण पहले स्टेज विच 4248 साढ़े कोल बैड्स ने, एडिशनल बैड्स असी इस तो इलावा 2014 होर असी किया तो 6000 तो उपर साढ़े कोल 6250 के करीब साढ़े बैड्स हो जाएंगे। ये पब्लिक सैक्टर सारी गवर्नमेंट हॉस्पिटल। प्राइवेट सैक्टर दे विच 950 और टोटल साढ़े आइसोलेशन सेंटर्स जो आइडेंटिफाई किए हैं कि अगर क्राइसिस बढ़ जाए तो 52 तो गवर्नमेंट के 52 और 195 प्राइवेट एरियाज। सो असी इन्ना तो बैड्स का असी प्रबंध किया है कि अगर फैल जाए तो किस तरीके नाल असी इनू संभाल करांगे। इस तो इलावा वेंटिलेटर्स साढ़े कोल 554 ने, और अज सिर्फ वेंटिलेटर तो 1 पेशेंट है। तो तुसी आप समझ लो साढ़े कोल रिजर्व बहुत ने इस काम का। जेडे N95 मास्क ने वो 4,88,000 साढ़े स्टॉक च ने, जिथे ट्रिपल लेयर मास्क ने वो 64 लाख साढ़े कोल स्टॉक च ने। PPE किट्स 2,28,000 साढ़े स्टॉक च ने। ये इन्हां हॉस्पिटलों को देने तो बाद और हॉस्पिटल के रिजर्व तो बाद जो सरकार के हेल्थ डिपार्टमेंट के कोल है वह जिक्र मैं तुहानूं कर रहा। और ऑक्सीजन सिलेंडर्स सिर्फ मैं तुहानूं दस्सिया 3 बंदे ऑक्सीजन ते रहे ने, तो साढ़े कोल 2223 साढ़े कोल सिलेंडर्स इस वेले अवेलेबल है। सो साढ़े कोल सपोर्ट बहुत असी एडवांस रखी है कि अगर कोई यह जी गल हो जाए तो साढ़े कोल सारा प्रबंध साढ़े कोल होना चाहिए और सारा असी तैयार रखे। लेकिन ये होण नहीं देना और वो थोड़े हथ च है। अगर तुसी मेरी गल्लां मनोगे तो आ काम जिहड़ा है ये स्टोर च ही रहे तो इत्थे चंगा। सानू लोड़ नहीं अपने लोगों वास्ते, आपां लोगों की जानां बचाउणियां ने और जानां बचावांगे जिस तरीके नाल मैं तुहानूं दस्सिया। मेरा काम नहीं, ये डॉक्टर दसदे ने और डॉक्टरां दी आपां नूं इह गल ये बीमारी है और डॉक्टरां दी गल आपां नूं सुननी चाहिए। तो याद रखो, एक बार फिर मैं कहना तुहानूं, तुसी सोशल डिस्टेंसिंग रखो, मास्क पाओ, मास्क बगैर बाहर नहीं जाना, थुकना नहीं बिल्कुल बाहर, और तुसी अपने बिल्कुल एहतियात नाल तुसी अपना सारा संभाल करो। तो आपां नूं ये चीज़ां दी आपां नूं लोड़ नहीं और मैं वरतना नहीं चाहता। मैं अपने बंदियां दी सेहत नूं ठीक रखना चाहुंदा और वो हुण थोड़े हथ है और कोई सपोर्ट मैं कर सकदा। कदे मेरी लोड़ पवे तुसी मैनूं जरूर दसना इस बारे। तुसी क्या है कि कोविड-19 करके एक मौका मिले है कि आपां अर्बन डिवेलपमेंट तो चलदी रहिंदी है, कोविड दे नाल कोई कनैक्शन नहीं इहदा। असीं जरूर जिथे जिथे डिवेलपमेंट की लोड़ है वी आर डूइंग, जो साढ़े रिसोर्सिस दे विच असीं कर सकते हैं असीं टोटल करांगे। एंड तुसी ये भी एक पुछया कि बच्चे सारे साइकिल डेडिकेटेड साइकिल ट्रैक्स का कोई प्रबंध करो ताकि बच्चे अपनी साइकिलिंग वगैरह कर सकते हैं। इट्स अ गुड सजेशन। ये मैं जरूर ਇਹਦਾ ਅਸੀਂ ਸਪੋਰਟਸ ਡਿਪਾਰਟਮੈਂਟ ਨੂੰ ਕਹਾਂਗੇ ਕਿ ਕਿਤੇ ਆਈਡੈਂਟੀਫਾਈ ਕਰਨ ਤਾਂ ਕਿ ਅਸੀਂ ਇਸ ਨੂੰ ਬਣਵਾ ਸਕੀਏ। ਫਿਰ ਤੁਸੀਂ ਪੁੱਛਿਆ ਕਿ ਹੁਣ ਲੇਬਰ ਆਪਣੀ ਚਲੀ ਗਈ ਔਰ ਅਸੀਂ ਕੈਸੇ ਹੁਣ ਇਸ ਨੂੰ ਆਪਣੀ ਝੋਨੇ 'ਤੇ ਬੜਾ ਅਸਰ ਪੈਣਾ। ਇਹ ਝੋਨੇ 'ਤੇ ਕੋਈ ਅਸਰ ਨਹੀਂ ਪੈਣਾ। ਨੰਬਰ 1 ਦੇਖੋ, ਜ਼ਮਾਨੇ ਦੇ ਨਾਲ ਟਾਈਮ ਦੇ ਨਾਲ ਨਵੇਂ ਢੰਗ ਵੀ ਨਿਕਲਣੇ ਨੇ। ਹੁਣ ਆਪਣੇ ਆਪ ਹੀ ਕਿਸਾਨਾਂ ਨੇ ਸੋਚਿਆ ਕਿ ਲੇਬਰ ਨਹੀਂ ਮਿਲ ਰਹੀ तो डायरैक्ट सोइंग ते पै गए। हुण तुसी कुछ पुछ रहे हो कि डायरैक्ट सोइंग का कोई यूनीवर्सिटी ने नहीं कुछ दसिया, लेकिन साडी यूनीवर्सिटी साडा एग्रीकल्चर महकमा इन्हां दे नाल है इस काम च और वो दसदे ने कि कैसे करना कैसे नहीं करना। और होर इत्थे ही नहीं, होर मुल्क ने दुनिया दे विच जिथे झोना हुंदा है जिथे डायरैक्ट सोइंग हुंदी है। तो ये तो इस वेले तक तो लेबर अवेलेबल हुंदी सी, लोगों के कोल लेबर हुंदी सी तो लोग अपनी ट्रांसप्लांटेशन करते से पहला नर्सरी ला के। हुण जदों नहीं रही इन्नी तो उन्होंने अपने आप सोचा लेबर तो आ रही है। एक गल तुसीं समझ लो कि बहुत लेबर वापस आ रही है। मेरे टैलीफोन ते इहदे ते मैनूं डेली कहंदे ने सानूं ट्रेन भेजो और सानूं लैके आओ, लेकिन मैं तो ट्रेन भेज के असीं तो 400 ट्रेनां भेजियां ने और उन्होंने भजाया अपने घर। हुण उत्थे जाके हुण वापस आउणा चाहुंदे ने, उन्हां वास्ते ट्रेन तो नहीं असीं पहुंच सकदे, लेकिन सानूं पता लग्गिआ इंडस्ट्रीलिस्ट भी उत्थे जा रहे हैं, एग्रीकल्चर भी जा रहे हैं और अपने आप लेबर नूं उत्थों लैके आ रहे हैं।
इस तो अलावा साडी लेबर है किन्नी, ਜਿਹੜੀ ਸਾਡੀ ਮਾਈਗਰੈਂਟ ਲੇਬਰ ਸੀ ਤਕਰੀਬਨ 13 ਲੱਖ ਦੇ ਕਰੀਬ ਸਾਡੇ ਕੋਲ ਮਾਈਗਰੈਂਟ ਲੇਬਰ ਸੀ, ਉਹਦੇ ਵਿੱਚੋਂ ਸਿਰਫ 5 ਲੱਖ ਗਈ ਹੈ। ਸੋ ਅੱਜ ਕੋਲ 9 ਲੱਖ 8 ਲੱਖ ਔਰ 9 ਲੱਖ ਦੇ ਦਰਮਿਆਨ ਤੇ ਲੇਬਰ ਸਾਡੇ ਕੋਲ ਹੈ। ਅੱਜ ਹੁਣ ਫੈਕਟਰੀਆਂ ਜਿਹੜੀਆਂ ਚੱਲ ਰਹੀਆਂ ਨੇ ਸਾਡੇ ਪੰਜਾਬ ਦੇ ਵਿੱਚ 2 ਲੱਖ 56 ਹਜ਼ਾਰ ਸਾਡੀਆਂ ਫੈਕਟਰੀਆਂ ਨੇ ਔਰ 15 ਲੱਖ ਲੇਬਰ ਉਹਦੇ ਵਿੱਚ ਲੱਗੀ ਹੋਈ ਹੈ ਇਸ ਵੇਲੇ। ਉਹ ਕਿੱਥੋਂ ਆਈ ਹੈ? ਉਹੀ ਲੇਬਰ ਹੈ। ਤੋ ਇਹ ਲੇਬਰ ਜਿਹੜੀ ਨਹੀਂ ਗਈ ਉਹ ਹੁਣ ਆਪਣੇ ਕੰਮਾਂ 'ਚ ਲੱਗ ਗਈ ਤਾਂ ਹੁਣ ਠੀਕ ਹੋਣਗੇ। ਔਰ ਤੁਹਾਨੂੰ ਐਗਰੀਕਲਚਰ ਵਾਸਤੇ ਵੀ ਤੁਸੀਂ ਦੇਖ ਲੈਣਾ ਤੁਹਾਨੂੰ ਲੇਬਰ ਮਿਲੇਗੀ, ਕਿਉਂਕਿ ਸਿਰਫ ਮਾਈਗਰੈਂਟ ਲੇਬਰ ਨਹੀਂ, ਸਾਡੇ ਕੋਲ ਆਪਣੀ ਲੇਬਰ ਵੀ ਹੈ ਜੋ ਸਾਡੇ ਗਰੀਬ ਵਾਸਤੇ ਨੇ ਉਰੇ ਵਗੈਰਾ ਜੋ ਕੰਮ ਕਰਦੇ ਨੇ, ਜੋ ਝੋਨੇ ਦੀ ਬਿਜਾਈ ਕਰਦੇ ਨੇ ਜਾਂ ਕਣਕ ਦੀ ਵਾਢੀ ਕਰਦੇ ਨੇ ਜਾਂ ਝੋਨੇ ਦੀ ਵਾਢੀ ਕਰਦੇ ਨੇ, ਉਹ ਸਾਰੇ ਸਾਡੇ ਕੋਲ ਇਸ ਵੇਲੇ ਹੈ। ਸੋ ਇਹਦੇ ਮੈਨੂੰ ਇਸ ਦਾ ਜਿਹੜਾ ਤੁਸੀਂ ਸਮਝਦੇ ਹੋ ਕਿ ਬੜਾ ਖਤਰਾ ਹੈ, ਇਹਦੇ ਦਾ ਮੈਨੂੰ ਕੋਈ ਖਤਰਾ ਨਹੀਂ ਲੱਗਦਾ। ਡਾਇਰੈਕਟ ਸੋਇੰਗ ਕਰੋ, ਇਹ ਵਧੀਆ ਕੰਮ ਹੈ। ਨਹੀਂ ਤੁਹਾਨੂੰ ਲੇਬਰ ਜ਼ਰੂਰ ਮਿਲ ਜਾਏਗੀ ਐਂਡ ਮੇਰਾ ਖਿਆਲ ਤੁਹਾਨੂੰ ਵਰੀ ਕਰਨ ਦੀ ਐਸੀ ਲੋੜ ਨਹੀਂ ਹੈ। ਸਮਾਰਟ ਕਾਰਡ ਦੀ ਗੱਲ ਤੁਸੀਂ ਇਹ ਕਹੀ ਹੈ ਕਿ 3 ਸਾਲ ਤੋਂ ਰਾਸ਼ਨ ਦੇ ਸਮਾਰਟ ਕਾਰਡ ਸਾਨੂੰ ਨਹੀਂ ਮਿਲੇ। ਇਹ ਮੈਂ ਮਿਨਿਸਟਰ ਸਾਹਿਬ ਨੂੰ ਕਹਿ ਚੁੱਕੇ ਹਾਂ। ਅਸੀਂ ਜਿੱਥੇ ਤੁਹਾਡੇ ਨਹੀਂ ਮਿਲ ਰਹੇ ਤਾਂ ਆਸ਼ੂ ਜੀ ਜੋ ਸਾਡੇ ਮਿਨਿਸਟਰ ਨੇ ਉਹ ਇਹਨਾਂ ਦਾ ਪ੍ਰਬੰਧ ਕਰ ਰਹੇ ਨੇ ਕਿ ਕਿਤੇ ਕੋਈ ਰਹਿ ਗਿਆ ਬੰਦਾ ਉਹਨੂੰ ਡਿਪਟੀ ਕਮਿਸ਼ਨਰ ਨੂੰ ਔਰ ਆਪਣੇ ਮਹਿਕਮੇ ਨੂੰ ਕਰਕੇ ਉਹਨਾਂ ਦੇ ਕਾਰਡ ਅਸੀਂ ਬਣਵਾ ਰਹੇ ਹਾਂ ਤਾਂ ਕਿ ਕਿਸੇ ਨੂੰ ਇਹਦੀ ਘਾਟ ਨਾ ਮਹਿਸੂਸ ਹੋਵੇ। ਸਰ ਤੁਸੀਂ ਮੈਨੂੰ ਪੁੱਛਿਆ ਫਿਰ ਕਿ ਤੁਸੀਂ ਇਹ ਜਿਹੜੇ ਬੰਦੇ ਮਾਸਕ ਨਹੀਂ ਪਾਉਂਦੇ ਅਤੇ ਆਪਣਾ ਡਿਸਟੈਂਸਿੰਗ ਨੋਰਮਸ ਵਗੈਰਾ ਨਹੀਂ, ਮਨੀਸ਼ ਨੇ ਮੋਹਾਲੀ ਤੋਂ, ਕਿ ਤੁਸੀਂ ਕੀ ਇਹਨਾਂ 'ਤੇ ਚਲਾਨ ਕਰ ਰਹੇ? ਅਸੀਂ ਕਰ ਰਹੇ ਚਲਾਨ। ਮੈਂ ਤੁਹਾਨੂੰ ਹੁਣੀ ਤਾਂ ਦੱਸਿਆ 4600 ਬੰਦਿਆਂ ਦਾ ਇੱਕ ਦਿਨ 'ਚ ਕੱਲ੍ਹ ਦੇ ਦਿਨ ਚਲਾਨ ਹੋਇਆ ਕਿ ਮਾਸਕ ਨਹੀਂ ਪਾਇਆ, ਔਰ 160 ਬੰਦੇ ਨੇ ਜਿਨ੍ਹਾਂ ਨੇ ਥੁੱਕਿਆ ਉਹਨਾਂ 'ਤੇ ਉੱਥੇ ਵੀ ਚਲਾਨ ਹੋਇਆ। ਔਰ ਤੀਸਰਾ ਜੋ ਸੋਸ਼ਲ ਡਿਸਟੈਂਸ ਨਹੀਂ ਮਨਾ ਰਹੇ ਉਹ ਵੀ ਕੁਛ ਲੋਕ ਸੇ ਚਲਾਨ ਹੋ ਰਿਹਾ। ਤਾਂ ਚਲਾਨ ਹੋ ਰਹੇ ਨੇ, ਪਰ ਚਲਾਨ ਤੁਸੀਂ ਇਸ ਨੌਬਤ ਵਿੱਚ ਆਉਂਦੇ ਕਿਉਂ? ਚਲਾਨ ਕਿਉਂ? ਤੁਸੀਂ ਮਾਸਕ ਪਾ ਲਓ ਔਰ ਮਾਸਕ ਨਾਲ ਤੁਸੀਂ ਵੀ ਬਚੋਗੇ, ਲੋਕਾਂ 'ਤੇ ਵੀ ਕੋਈ ਬਿਮਾਰੀ ਨਹੀਂ ਜਾਣੀ। ਇਹ ਸਾਰੀਆਂ ਚੀਜ਼ਾਂ ਤੁਹਾਨੂੰ ਆਪਣੇ ਆਪ ਕਰਨੀਆਂ ਚਾਹੀਦੀਆਂ ਨੇ ਔਰ ਇਹ ਨੌਬਤ ਆਉਣੀ ਨਹੀਂ ਚਾਹੀਦੀ ਆਪਣੇ 'ਤੇ। ਪਰ ਔਰ ਇਹ ਦੇਖਣ ਵਾਸਤੇ ਕਿ ਜਿਹੜੇ ਲੋਕ ਕਾਨੂੰਨ ਨਹੀਂ ਮੰਨਦੇ, ਫਿਰ ਸਾਡੇ ਕੋਲ ਕੋਈ ਹੋਰ ਚਾਰਾ ਨਹੀਂ। ਫਿਰ ਪੁਲਿਸ ਨੂੰ ਕਿਹਾ ਹੋਇਆ ਕਿ ਇਸ 'ਤੇ ਤੁਹਾਨੂੰ ਚਲਾਨ ਕਰਨੇ ਪੈਣਗੇ। ਔਰ ਇੱਕ ਦਿਨ 'ਚ 4600 ਕੋਈ ਛੋਟੀ ਗੱਲ ਨਹੀਂ ਹੈ ਕਿ ਪੰਜਾਬ ਦੇ ਵਿੱਚ ਇੰਨੇ ਲੋਕਾਂ ਦੀ ਇੱਥੇ ਇਹ ਹੋਇਆ। ਤੁਸੀਂ ਫਿਰ ਕਿਹਾ ਕਿ ਕੁਛ ਜਿਹੜੇ ਪ੍ਰਾਈਵੇਟ ਹਸਪੀਟਲ ਨੇ ਕਰੋਨਾ ਪੇਸ਼ੈਂਟਸ ਵਾਸਤੇ ਬਹੁਤ ਜ਼ਿਆਦਾ ਇਹ ਪੈਸੇ ਲੈਂਦੇ ਨੇ। ਦੇਖੋ ਇਹ ਹੋਣਾ ਨਹੀਂ ਚਾਹੀਦਾ। ਇਹ ਪ੍ਰਾਈਵੇਟ ਹਸਪੀਟਲ 'ਤੇ ਵੀ ਮੈਂ ਮੈਡੀਕਲ ਡਿਪਾਰਟਮੈਂਟ ਨੂੰ ਪੁੱਛਾਂਗਾ ਕਿ ਉਹਨਾਂ ਦੇ ਜਾ ਕੇ ਪਤਾ ਕਰਨ ਕਿ ਕੀ ਗੱਲ ਬਣ ਰਹੀ ਹੈ, ਕਿਉਂ ਇੱਥੇ ਚਾਰਜ ਹੋ ਰਹੇ। ਲੇਕਿਨ ਸਾਡੇ ਹਸਪੀਟਲਾਂ 'ਚ ਆਓ, ਮੈਂ ਤੁਹਾਨੂੰ ਸਾਰੇ ਆંકੜੇ ਤਾਂ ਹੁਣ ਦੱਸੇ ਨੇ। ਟੌਪ ਕਲਾਸ ਅਸੀਂ ਹਸਪੀਟਲ ਬਣਾ ਲਏ ਸਾਡੇ ਇਸ ਕਰੋਨਾ ਵਾਸਤੇ। ਸਭ ਕੁਝ ਤੁਹਾਡੇ ਕੋਲ ਹੈ, ਸਭ ਡਾਕਟਰਸ ਉੱਥੇ ਨੇ, ਸਭ ਨਰਸਿਸ ਉੱਥੇ ਨੇ, ਸਭ ਕੁਝ ਹੈ। ਉੱਥੇ ਜਾਓ ਔਰ ਉੱਥੇ ਤੁਸੀਂ ਉੱਥੋਂ ਹੀ ਤਾਂ ਨਿਕਲੇ ਨੇ ਜਿਹੜੇ ਇੰਨੇ ਬੰਦੇ ਹੁਣ ਆਪਣੇ ਘਰਾਂ 'ਚ ਵਾਪਸ ਗਏ ਨੇ। 85% ਉਹ ਕਿੱਥੋਂ ਗਏ ਨੇ? ਗਵਰਨਮੈਂਟ ਹਸਪੀਟਲ 'ਚੋਂ ਹੀ ਗਏ ਨੇ। ਤਾਂ ਤੁਸੀਂ ਆਪਣਾ ਇਲਾਜ ਉੱਥੇ ਕਰਵਾ ਲਓ ਅਗਰ ਇੱਥੇ ਕੋਈ ਤੁਹਾਨੂੰ ਮਹਿਸੂਸ ਹੁੰਦਾ ਹੈ। ਲੇਕਿਨ ਇਸ ਦੇ ਬਾਵਜੂਦ ਮੈਂ ਜ਼ਰੂਰ ਹੈਲਥ ਨੂੰ ਕਹਾਂਗਾ ਕਿ ਇਹਨਾਂ ਦੇ ਚੈੱਕ ਕਰਨ ਕਿ ਕਿਆ ਚਾਰਜ ਕਰ ਰਹੇ ਨੇ ਲੋਕਾਂ ਨੂੰ। ਇੱਥੇ ਫਿਰ ਇੱਕ ਅਬੋਹਰ ਤੋਂ ਮੈਨੂੰ ਆਇਆ, ਪਤਾ ਨਹੀਂ ਕਿਉਂ ਇਹ ਨੌਬਤ ਆਈ ਹੈ ਕਿ ਮੈਨੂੰ ਤੁਸੀਂ ਇਹ ਚਿੱਠੀ ਇਹ ਸੁਨੇਹਾ ਮੈਨੂੰ ਭੇਜੋ ਵਿਜੇ ਕੁਮਾਰ ਜੀ ਅਬੋਹਰ ਤੋਂ ਕਿ ਮੈਨੂੰ ਨਾ ਕੋਈ ਕਾਰਡ ਹੈ ਰਾਸ਼ਨ ਦਾ ਮੇਰੇ ਕੋਲ, ਨਾ ਕੋਈ ਰੋਟੀ ਦੇ ਸਾਧਨ ਨੇ। ਪਲੀਜ਼ ਮੇਰੀ ਮਦਦ ਕਰੋ। ਇਹ ਮੈਨੂੰ ਅਫਸੋਸ ਹੈ ਸੁਣ ਕੇ ਕਿ ਮੇਰੇ ਪੰਜਾਬ ਦੇ ਵਿੱਚ ਇਹ ਗੱਲ ਸਾਡੀ ਹੋਈ ਆ। ਅੱਜ ਹੀ ਡਿਪਟੀ ਕਮਿਸ਼ਨਰ ਸਾਹਿਬ ਨੂੰ ਕਹਿ ਰਿਹਾ ਕਿ ਵਿਜੇ ਕੁਮਾਰ ਜੀ ਅਬੋਹਰ ਦੇ ਵਿੱਚ ਇਹਨਾਂ ਨੂੰ ਕੰਟੈਕਟ ਕਰਕੇ ਹੁਣੀ ਰੋਟੀ ਪਹੁੰਚਾਓ, ਉੱਥੇ ਰਾਸ਼ਨ ਪਹੁੰਚਾਓ ਔਰ ਦੇਖੋ ਕਿ ਕਿਉਂ ਇਹਨਾਂ ਨੂੰ ਕਾਰਡ ਨਹੀਂ ਮਿਲਿਆ ਅਗਰ ਇਹਨਾਂ ਦੀ ਹਾਲਾਤ ਇੰਨੀ ਮਾੜੀ ਹੈ। ਅਸੀਂ ਤੁਹਾਡਾ ਵਿਜੇ ਕੁਮਾਰ ਜੀ ਪੂਰਾ ਸਾਥ ਦੇਵਾਂਗੇ ਔਰ ਤੁਸੀਂ ਡਿਪਟੀ ਕਮਿਸ਼ਨਰ ਤੁਹਾਨੂੰ ਕੰਟੈਕਟ ਕਰਨਗੇ। ਤੁਸੀਂ ਇਹ ਵੀ ਪੁੱਛਿਆ ਮੈਨੂੰ ਮਨਦੀਪ ਸਿੰਘ ਜੀ ਨੇ ਕਿ ਫੂਡ ਪ੍ਰੋਸੈਸਿੰਗ ਇੰਡਸਟਰੀ ਪੰਜਾਬ ਦੇ ਵਿੱਚ ਇਹ ਕਿਉਂਕਿ ਖਾਣਾ ਇੱਥੇ ਵਗੈਰਾ ਅੰਨ ਵਗੈਰਾ ਪੈਦਾ ਹੁੰਦਾ ਹੈ, ਤੁਸੀਂ ਇੱਥੇ ਫੂਡ ਪ੍ਰੋਡਕਸ਼ਨ ਦੇ ਵਿੱਚ ਕੀ ਤੁਸੀਂ ਫੋਕਸ ਕਰ ਰਹੇ ਹੋ? ਅਸੀਂ ਕਰ ਰਹੇ ਹਾਂ ਫੋਕਸ ਮਿਲਕ ਪ੍ਰੋਡਕਸ਼ਨ 'ਤੇ ਅਸੀਂ ਫੋਕਸ ਕਰ ਰਹੇ ਹਾਂ। ਦੁੱਧ ਦੀ ਬੜੀ ਫੈਕਟਰੀਜ਼ ਲੱਗ ਗਈਆਂ, ਅਮੁਲ ਹੈ, ਸਾਡੇ ਆਪਣੇ ਨੇ, ਵੇਰਕਾ ਵਾਲੇ ਨੇ, ਹੋਰ ਬੜੇ ਪ੍ਰਾਈਵੇਟ ਯੂਨਿਟਸ ਨੇ ਜਿਹੜੇ ਲੱਗੇ ਹੋਏ ਨੇ। ਸਾਡੇ ITC ਆਈ ਹੋਈ ਹੈ, ਉਹਨਾਂ ਨੇ ਪਲਾਂਟ ਲਾ ਲਿੱਤਾ। ਸਾਡੇ ਇੱਧਰ ਲੇਜ਼ ਵਾਲੇ ਨੇ, ਪੈਪਸੀ ਵਾਲੇ, ਉਹਨਾਂ ਨੇ ਲਾ ਲਿੱਤਾ। ਬਹੁਤ ਪਲਾਂਟਸ ਆ ਰਹੇ ਨੇ। ਸਾਡੇ ਫੂਡ ਪਾਰਕਸ ਇੱਥੇ ਲੱਗੀਆਂ ਨੇ 3, ਉਹਦੇ ਵਿੱਚ ਲੋਕ ਆ ਰਹੇ ਨੇ। ਸੋ ਇੱਥੇ ਕੋਈ ਕਮੀ ਨਹੀਂ। ਫੂਡ
प्रोडक्शन इनकरेज असी कर रहे हैं और असी डाइवर्सिफिकेशन प्रोग्राम विच भी असी हुण चाहुंदे हैं कि सब्जियां वगैरह होण और सब्जियां जब होणगियां तो अपने आप इंडस्ट्री ने सब्जियां कंज्यूम करने वाली इंडस्ट्री उन्हें उठ जाना है। तो ये साडे वास्ते ये वरी करने की लोड़ नहीं। ये जरूर जो पंजाब दे विच इत्थे साडी हिस्टरी है और साडे बारे जो दुनिया जानती है कि असी एग्रीकल्चर प्रोड्यूसिंग स्टेट है। एग्रीकल्चर एक चीज़ हो सकती है, दूजी चीज़ भी हो सकती है, तीसरी भी हो सकती है, हॉर्टिकल्चर भी हो सकती है, वेजिटेबल प्रोडक्शन भी हो सकती है। ये सारिया चीज़ां ये असी दुनिया दे जिहड़ी इंडस्ट्री है वो देख के आई है। साडे कोल एक स्पैनियर्ड आए ने उरे, एक साडे ब्रिटिश वाले लगे हुए ने, बाकी बड़े हिंदुस्तान कॉपरेशन मैं थोड़ा उन्होंने नाम लिते ने। तो साढ़े को यही जी नहीं सानू हुण तां मैं आस करदा कि जिहड़े चीन चों ये बंद हो रही ने यूनिट और बाहर जा रही ने चीन तो उन्हां दे विच भी जिहड़े फूड यूनिट ने, फूड तो इलावा भी यूनिट साडे पंजाब च आओ, असीं तुहानूं देवांगे परमिशन। सारे साडे 3100 एकड़ जमीन तकरीबन असी 4 यूनिट से रखी हुई है कि असी इन्हों आके उरे बसा सकीए। देखो नौकरियां हो सकणगियां, आर्थिक साधन साडे बदनगे, सारिया चीज़ां की सानू लोड़ है। हुण रजिंदर मान जी ने रोपड़ तो मैनू एक सवाल किया और ये सवाल एक नहीं, मेरा ख्याल सैकड़े सवाल होने ये ते मेरे कि जिम कद खोलोगे। बच्चे चाहते ने जिम जाना। तो ये असी जिहड़े ये फैसले ने, पहली गल ये समझण वाली है कि ये जिहड़े फैसले ने ये सेंट्रल गवर्नमेंट के फैसले ने। लॉकडाउन है, नैशनल लॉकडाउन है, नैशनल करफ्यू है, नैशनल डिजास्टर मैनेजमेंट के अधीन आता है। जदों नैशनल डिजास्टर मैनेजमेंट के अधीन कुछ होए फिर सेंटर अपने हुक्म उत्थों दिंदी है, होम मिनिस्ट्री दिंदी है। अगर स्टेट की होंदी तो मेरे हथ च होंदी सी, लेकिन ये पूरे हिंदुस्तान वास्ते है तो नैशनल लॉकडाउन है। और उन्होंने 2 चीज़ां हाले नहीं खोलियां, एक जिम नहीं खोले और एक रेस्टोरेंट नहीं खोले। तो मैं आस करदा कि आने वाले जदों लॉकडाउन रिव्यू करनगे ये दोनों चीज़ों जरूर खोलणगे ताकि फिर नॉर्मलसी अपनी पंजाब च आउंदी होवे। सब परवाह ना करो, हाले हाले है तो थोड़े दिन, लेकिन थोड़ी बहुत दौड़ दूड़ डालिया करो, साइकिल नाल चढ़ के साइकिलिंग कर लिया करो और उस तो बाद जिम आ जानी है थोड़े कोल और जिम थोड़े जब चलणगे फिर तुसी अपनी नॉर्मल लाइफ जो है तुसी वो अपना शुरू कर देना। फिर तुसी एक मैनू अनिल कुमार जी राणा ने लिखा है, हुण इन्होंने ये नहीं दस्या कि किहड़े शहर च वसते ने, लेकिन ये कहा है कि साडे सड़क नहीं कोई बनती, साडे 2 नगरां नूं जोड़न वाली सड़क नहीं बन रही, तो हालात बड़े माड़े ने हो रहे। पहली गल तो राणा जी दिस इज़ ए कोविड करके 3 महीने तक टोटल लॉकडाउन रहा साडा। तुसीं कहा कि 30 बार असीं लोकल MC कोल गए हैं, EO कोल गए हैं। हुण कंस्ट्रक्शन एक्टिविटी शुरू हो गई, तुसीं काम करो, तुसीं प्लीज़ जाके सानू एटलीस्ट दोबारा दसो कि तुसीं किहड़े शहर च रहिंदे हो और थोड़ी हैल्प असी करांगे। और सिर्फ तुसीं नहीं, अगर होर भी कोई है जो अपनी कोई यही जी मुसीबत देखते ने तो तुसीं सानू दसो, असी थोड़ी हैल्प करने की पूरी कोशिश करांगे। और तुहानू साडी कोशिश है कि पंजाब नंबर 1 सूबा बने हर पक्षों हिंदुस्तान दे विच। और वो दे विच साडे शहर ने 40% तो साडी आबादी शहरां च रहिंदी है, 60% पिंडां च रहिंदी है। और ये जरूरी है कि साडी आबादी भी जिहड़ी है वो जिहड़ी शहरां वाली है वो शहरां वाली आबादी नूं भी असी चंगी तरह संभालीए। और कोई तुहानूं जरा मैनूं एक बार दस दो तुसीं किहड़े शहर चों और असी तुहाडा पूरी मदद तुहाडी करांगे। बहुत धन्नवाद तुहाडा सारिआं दा। वाहिगुरू तुहानूं सुखी रखन, तुसीं मेरी गल्लां मन्नो और बस चढ़ी कला च रहो और किसी तरीके नाल घबराउणा नहीं। बट जो तुहानूं कदम दस्से ने वो तुसीं सिरे तक लैके चलो। बहुत